BS ਟਾਕਿੰਗ ਚੈਨਲ ਦੇਖ ਰਹੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਜੋ ਸ਼ਖਸੀਅਤ ਸਾਡੇ ਨਾਲ ਪਹੁੰਚੇ ਨੇ ਗੱਲਬਾਤ ਕਰਨ ਦੇ ਲਈ, ਇਹਨਾਂ ਦੀ ਉਮਰ ਚਾਹੇ ਬਹੁਤ ਛੋਟੀ ਹੈਗੀ, ਪਰ ਇਹਨਾਂ ਦੀ ਕਲਮ ਚੋਂ ਨਿਕਲੇ ਹੋਏ ਜਿਹੜੇ ਸ਼ਬਦ ਨੇਗੇ ਉਹ ਵੱਡੇ ਵੱਡੇ ਸਿਆਸਤਦਾਨਾਂ ਦੀਆਂ ਕੁਰਸੀਆਂ ਹਿਲਾ ਦਿੰਦੇ ਨੇ। ਚਾਹੇ ਸਿਆਸਤ ਤੇ ਲਿਖਣਾ ਹੋਵੇ ਜਾਂ ਫਿਰ ਖੇਡ ਜਗਤ ਤੇ ਲਿਖਣਾ ਹੋਵੇ ਜਾਂ ਫਿਰ ਫਿਲਮੀ ਦੁਨੀਆ ਬਾਰੇ ਲਿਖਣਾ ਹੋਵੇ। ਜੇ ਮੈਂ ਗੱਲ ਕਰਾਂ ਪੰਜਾਬ, ਤਾਂ ਪੰਜਾਬ ਹੀ ਨਹੀਂ, ਹਿੰਦੁਸਤਾਨ ਹੀ ਨਹੀਂ, ਦੇਸ਼ ਵਿਦੇਸ਼ ਦੇ ਵਿੱਚ ਵੀ ਇਹਨਾਂ ਦੇ ਆਰਟੀਕਲ ਲੱਗਦੇ ਰਹਿੰਦੇ ਨੇਗੇ। ਤੇ ਪਿਛਲੇ ਸਮੇਂ ਦੇ ਵਿੱਚ ਕੈਨੇਡਾ ਦੇ ਵਿੱਚੋਂ ਚੱਲਦੇ ਇੱਕ ਰੇਡੀਓ ਦੇ ਉੱਤੇ ਵੀ ਇਹਨਾਂ ਨੂੰ ਬੋਲਣ ਦਾ ਮੌਕਾ ਮਿਲਿਆਗਾ। ਉਮਰ ਚਾਹੇ ਇਹਨਾਂ ਦੀ ਬਹੁਤ ਛੋਟੀ ਹੈਗੀ, ਪਰ ਬਹੁਤ ਨਿਡਰ ਹੋ ਕੇ ਲਿਖਦੇ ਨੇ, ਬਹੁਤ ਦਲੇਰ ਹੋ ਕੇ ਲਿਖਦੇ ਨੇ। ਵੱਡੇ ਵੱਡੇ ਸਿਆਸਤਦਾਨਾਂ ਦੇ ਦਬਾਅ ਪਾਉਣ ਤੇ ਵੀ ਇਹਨਾਂ ਨੇ ਆਪਣੀ ਜਿਹੜੀ ਕਲਮ ਹੈਗੀ ਉਹ ਕਮਜ਼ੋਰ ਨਹੀਂ ਕੀਤੀ, ਕਦੇ ਵੀ ਡਰੇ ਨਹੀਂ ਗਏ। ਤੇ ਪਿਛਲੇ ਸਮੇਂ ਦੇ ਵਿੱਚ ਇਹਨਾਂ ਦਾ ਅਖਬਾਰ ਦੇ ਵਿੱਚ ਇੱਕ ਲੇਖ ਲੱਗਿਆ ਸੀਗਾ, ਤਾਂ ਉਹਦਾ ਹੈਡਿੰਗ ਸੀਗਾ ਪੰਜਾਬ ਨੂੰ ਬਚਾਉਣ ਲਈ ਵੱਡੇ ਲੀਡਰ ਖੇਡ ਰਹੇ ਨੇ ਸਿਆਸੀ ਬਾਰੀਆਂ। ਉਹਦੇ ਵਿੱਚ ਕੋਈ ਵੀ ਅਜਿਹੀ ਧਿਰ ਨਹੀਂ ਸੀ ਜਿਨ੍ਹਾਂ ਬਾਰੇ ਇਹਨਾਂ ਨੇ ਖੁੱਲ੍ਹ ਕੇ ਨਹੀਂ ਲਿਖਿਆ। ਤੇ ਸ਼ਾਮ ਤੱਕ ਹਜ਼ਾਰਾਂ ਲੋਕਾਂ ਦੇ ਪੰਜਾਬ ਦੇ ਵਿੱਚੋਂ ਦੂਰੋਂ ਇਹਨਾਂ ਨੂੰ ਫੋਨ ਆਏ ਸੀਗੇ ਕਿ ਤੁਸੀਂ ਬਹੁਤ ਵਧੀਆ ਲਿਖਦੇ ਹੋ, ਦਲੇਰ ਹੋ ਕੇ ਲਿਖਦੇ ਹੋ, ਨਿਡਰ ਲਿਖਦੇ ਹੋ। ਸੋ ਮੇਰੀ ਮਰਿਆਦ ਮੇਰੇ ਨਾਲ ਅੱਜ ਸਟੂਡੀਓ ਵਿੱਚ ਪਹੁੰਚੇ ਨੇ ਸੁਖਰਾਜ ਚਹਿਲ ਜੀ। ਗੱਲਬਾਤ ਕਰਦੇ ਹਾਂ ਸੁਖਰਾਜ ਚਹਿਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਅੱਜ ਅਸੀਂ ਪ੍ਰੋਗਰਾਮ ਲੈ ਕੇ ਪਹੁੰਚੇ ਹਾਂ ਡੂੰਘੀਆਂ ਜਾਣਕਾਰੀਆਂ ਉੱਚੇ ਵਿਚਾਰ। ਡੂੰਘੀਆਂ ਜਾਣਕਾਰੀਆਂ ਦੇ ਵਿੱਚ ਅੱਜ ਆਪਾਂ ਦੇਖਦੇ ਹਾਂ ਸੁਖਰਾਜ ਚਹਿਲ ਜੀ ਸਾਡੇ ਲਈ ਕੀ ਲੈ ਕੇ ਆਏ ਨੇ, ਕਿਸ ਵਿਸ਼ੇ ਤੇ ਗੱਲਬਾਤ ਕਰ ਰਹੇ ਨੇ। ਸੋ ਸ਼ੁਰੂ ਕਰਦੇ ਹਾਂ ਸੁਖਰਾਜ ਚਹਿਲ ਜੀ, ਅੱਜ ਕਿਸ ਵਿਸ਼ੇ ਤੇ ਆਪਾਂ ਗੱਲਬਾਤ ਕਰ ਰਹੇ ਹਾਂ? ਅੱਜ ਆਪਾਂ ਗੱਲਬਾਤ ਦਾ ਸਿਲਸਿਲਾ ਜਾਰੀ ਰੱਖ ਰਹੇ ਹਾਂ ਜੋ ਮੌਜੂਦਾ ਸਮੇਂ ਵਿੱਚ ਕਿਸਾਨ ਨਹੀਂ ਪ੍ਰਤੀ ਸਰਕਾਰਾਂ ਦਾ ਅਪਣਾਇਆ ਜਾ ਰਿਹਾ ਰੁਖ, ਉਹਨਾਂ ਨੂੰ ਆਉਣ ਵਾਲੇ ਭਵਿੱਖ ਵਿੱਚ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਜਿਹੜੇ 3 ਆਰਡੀਨੈਂਸ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਹਨ, ਉਹਨਾਂ ਬਾਰੇ ਵਿਚਾਰ ਕੀਤੇ ਜਾਣਗੇ। ਸੋ ਦਰਸ਼ਕਾਂ ਨੂੰ ਮੇਰੀ ਬੇਨਤੀ ਆ ਕਿ ਪ੍ਰੋਗਰਾਮ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਹੁਤ ਧਿਆਨ ਨਾਲ ਦੇਖਣਾ, ਪੂਰੀ ਵੀਡੀਓ ਨੂੰ ਦੇਖਣਾ, ਕਿਉਂਕਿ ਅੱਜ ਅਸੀਂ ਤੁਹਾਨੂੰ ਬਹੁਤ ਸਿੰਪਲ ਸ਼ਬਦਾਂ ਦੇ ਵਿੱਚ ਦੱਸਾਂਗੇ ਕਿ ਕੇਂਦਰ ਸਰਕਾਰ ਵੱਲੋਂ ਜਿਹੜੇ 3 ਬਿੱਲ ਪਾਸ ਕੀਤੇ ਗਏ ਨੇ ਉਹ ਬਿੱਲ ਕੀ ਨੇਗੇ, ਕਿਵੇਂ ਉਹ ਬਿੱਲ ਲਾਗੂ ਹੋਣਗੇ, ਉਹਨਾਂ ਬਿੱਲਾਂ ਦੇ ਲਾਗੂ ਹੋਣ ਤੇ ਸਮਾਜ ਦਾ ਕਿਹੜਾ ਵਰਗ ਆ ਜਿਹੜਾ ਪ੍ਰਭਾਵਿਤ ਹੋਊਗਾ। ਪਹਿਲੇ ਬਿੱਲ ਦੀ ਗੱਲ ਕਰਦੇ ਹਾਂ। ਪਹਿਲੇ ਬਿੱਲ ਦੇ ਵਿੱਚ ਕੀ ਲਿਖਿਆ ਹੋਇਆ ਤੇ ਕਿਸ ਦਾ ਬਿੱਲ ਨੂੰ ਨੁਕਸਾਨ ਹੋਣਾ, ਸਾਨੂੰ ਉਹਦੇ ਬਾਰੇ ਜਾਣਕਾਰੀ ਦਿਓ। ਇਹ ਜਿਵੇਂ ਗਵਰਨਮੈਂਟ ਨੇ 3 ਤਰ੍ਹਾਂ ਦੇ ਆਰਡੀਨੈਂਸ ਲਿਆਂਦੇ ਗਏ ਨੇ ਜੀ। ਜਿਵੇਂ ਪਹਿਲਾ ਆਰਡੀਨੈਂਸ ਹੈਗਾ ਕਿਸਾਨ ਉਤਪਾਦ ਵਪਾਰ ਅਤੇ ਵਪਾਰਕ ਆਰਡੀਨੈਂਸ। ਦੂਸਰਾ ਹੈਗਾ ਜ਼ਰੂਰੀ ਵਸਤੂਆਂ ਐਕਟ 1955 ਦੇ ਵਿੱਚ ਸੋਧ। ਅਤੇ ਤੀਸਰਾ ਕੰਟਰੈਕਟ ਫਾਰਮਿੰਗ ਮੁੱਲ ਬੀਮਾ ਫਾਰਮ ਸੇਵਾਵਾਂ ਆਰਡੀਨੈਂਸ ਤੇ ਕਿਸਾਨ ਸਮਝੌਤਾ। ਜੀ, ਸਾਡੇ ਦਰਸ਼ਕਾਂ ਨੂੰ ਇੱਕ ਬਿੱਲ ਬਾਰੇ ਵਿਸਥਾਰਪੂਰਵਕ ਦੱਸੋ ਵੀ ਇਹ ਬਿੱਲਾਂ ਦਾ ਕੀ ਗੱਲਬਾਤ ਹੈ, ਇੰਨਾ ਰੌਲਾ ਕਿਉਂ ਪਿਆ ਹੋਇਆ, ਕੀ ਇਹਨਾਂ ਬਿੱਲਾਂ ਦਾ ਨੁਕਸਾਨ ਹੋਣਾਗਾ। ਜੇਕਰ ਇਹ ਬਿੱਲਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦੇ ਬਿਲਕੁਲ ਵੀ ਪੱਖ ਦੇ ਵਿੱਚ ਨਹੀਂ ਹਨ। ਚਾਹੇ ਕਿ ਗਵਰਨਮੈਂਟ ਕੇਂਦਰ ਸਰਕਾਰ ਲਗਾਤਾਰ ਇਹ ਚੀਜ਼ ਦੀ ਰੱਟ ਲਗਾਈ ਬੈਠੀ ਹੈ ਕਿ ਬਿੱਲ ਸਮੇਂ ਦੇ ਹਿਸਾਬ ਨਾਲ ਬਹੁਤ ਜ਼ਰੂਰੀ ਨੇ, ਕਿਸਾਨਾਂ ਦੀ ਆਪਾਂ ਆਮਦਨ ਦੇ ਵਿੱਚ ਵਾਧਾ ਕਰਨਾਗਾ, ਪਰ ਜਦੋਂ ਇਹਨਾਂ ਨੂੰ ਆਪਾਂ ਭੋਗ ਕਰ ਜਾਵਾਂਗੇ, ਮਹਿੰਗਾਈ ਦੇ ਵਿੱਚ ਜਾਵਾਂਗੇ ਜੀ, ਤਾਂ ਇਹ ਬਿੱਲ ਬਿਲਕੁਲ ਵੀ ਕਿਸਾਨ ਦੇ ਪੱਖ ਦੇ ਵਿੱਚ ਨਹੀਂ ਹਨ। ਜੇਕਰ ਆਪਾਂ ਪਹਿਲੇ ਬਿੱਲ ਦੀ ਗੱਲ ਕੀਤੀ ਜਾਵੇ ਤਾਂ ਹੁਣ ਕੇਂਦਰ ਨੇ ਪੂਰੇ ਦੇਸ਼ ਦੇ ਵਿੱਚ ਇੱਕ ਖੇਤੀਬਾੜੀ ਮੰਡੀ ਬਣਾਉਣ ਦੇ ਮਕਸਦ ਦੇ ਤਹਿਤ ਇਹ ਬਿੱਲ ਲਿਆਂਦਾਗਾ। ਇਹਦੇ ਜ਼ਰੀਏ ਕੋਈ ਵੀ ਵਿਅਕਤੀ ਇੱਕ ਪੈਨ ਕਾਰਡ ਦੇ ਜ਼ਰੀਏ ਕੋਈ ਕਿਸੇ ਵੀ ਚੀਜ਼ ਦੀ ਖਰੀਦ ਕਰ ਸਕਦਾ, ਉਸ ਨੂੰ ਆਪਣੇ ਕੋਲ ਰੱਖ ਸਕਦਾਗਾ, ਉਹ ਬਿੱਲ ਹੈਗਾ। ਜੇਕਰ ਇਹ ਹੋਰ ਗੱਲ ਕੀਤੀ ਜਾਵੇ ਤਾਂ ਇਹਦੇ ਵਿੱਚ ਜਿਹੜਾ ਰੇਟ ਆ ਉਹ ਮਨਮਾਨੀ ਲਗਾਉਗੀ, ਜਿਹੜਾ ਮਤਲਬ ਕਿ ਆਪਾਂ ਸਰਕਾਰੀ ਰੇਟ ਕਹਿ ਸਕਦੇ ਪਹਿਲਾਂ MSP ਸੀਗੀ। MSP ਉਹ ਜਿਹੜੀ ਆਪਣੀ ਝੋਨੇ ਦੇ ਚੌਲਾਂ ਦੀ ਤੇ ਕਣਕ ਦੀ ਪੱਕੀ ਖਰੀਦ ਸੀਗੀ, ਉਹਦੇ ਨੂੰ ਤੋੜਨ ਦਾ ਯਤਨ ਕੀਤਾ ਗਿਆ ਇਹਦੇ ਵਿੱਚ। MSP ਤੋੜਨ ਦੇ ਨਾਲ ਕਿਸਾਨਾਂ ਨੂੰ ਕੀ ਨੁਕਸਾਨ ਹੋਊਗਾ, ਜਾਂ ਸਮਾਜ ਦੇ ਵਿੱਚ ਜੋ ਛੋਟਾ ਵਪਾਰੀ ਹੈਗਾ, ਛੋਟਾ ਦੁਕਾਨਦਾਰ ਆ, ਉਸ ਨੂੰ ਇਸ ਬਿੱਲ ਦਾ ਕੀ ਨੁਕਸਾਨ ਹੋਊਗਾ? ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿਸਾਨਾਂ ਦੀ। ਜਿਹੜਾ ਵਪਾਰੀ ਆ ਉਹ ਆਪਾਂ ਦੂਸਰੇ ਬਿੱਲ ਦੇ ਵਿੱਚ ਗੱਲ ਕਰਦੇ ਹਾਂ।
ਜਿਹੜਾ ਪਹਿਲਾ ਬਿੱਲ ਹੈਗਾ ਉਹਦੇ ਵਿੱਚ ਮੰਨ ਲਓ ਇੱਕ ਕਿਸਾਨ ਆਪਣੀ ਫਸਲ ਮੰਡੀ ਦੇ ਵਿੱਚ ਲੈ ਕੇ ਆ ਗਿਆ ਜੀ ਤੇ ਜਿਹੜੇ ਪ੍ਰਾਈਵੇਟ ਪਲੇਅਰ ਉਹਨਾਂ ਨੇ ਇੱਥੋਂ ਆ ਜਾਣੇ ਨੇ, ਜਿਹੜਾ ਇਹ ਬਿੱਲ ਉਹਦੇ ਤਹਿਤ ਉਹ ਆਪਣੀ ਮਨਮਰਜ਼ੀ ਦੇ ਹਿਸਾਬ ਨਾਲ ਕਿਸਾਨ ਦੀ ਫਸਲ ਖਰੀਦੂਗੀ। ਇਹ ਨਹੀਂ ਹੈਗਾ ਵੀ ਜਿਹੜਾ ਸਰਕਾਰੀ ਰੇਟ ਨਿਰਧਾਰਿਤ ਕੀਤਾ ਜਾਂਦਾ ਹੈਗਾ ਉਹ ਉਹਦੇ ਹਿਸਾਬ ਨਾਲ ਖਰੀਦ ਕੀਤੀ ਜਾਵੇ, ਉਹ ਉਹਦੀ ਕੁਆਲਿਟੀ ਦੇਖੂਗਾ ਫਸਲ ਦੀ, ਉਹ ਉਹਦੇ ਡਿਪੈਂਡ ਆ ਜਿਹੜਾ ਹੀ ਬੰਦਾ ਆਊਗਾ ਖਰੀਦ ਕਰੂਗਾ ਵੀ ਇਹ ਕਿਸ ਤਰ੍ਹਾਂ ਦੀ ਫਸਲ ਆ, ਜੇਕਰ ਉਹ ਪਸੰਦ ਆਵੇ ਉਹ ਉਸ ਹਿਸਾਬ ਦੇ ਨਾਲ ਰੇਟ ਲਗਾਊਗਾ, ਕੋਈ ਪੱਕਾ ਫਿਕਸ ਰੇਟ ਨਹੀਂ ਹੈਗਾ ਚੀਜ਼ ਬਾਰੇ। ਫਿਰ ਜੇ ਆਪਾਂ ਗੱਲ ਕਰੀਏ ਆਉਣ ਵਾਲੇ 1-2 ਸਾਲਾਂ ਦੇ ਵਿੱਚ ਤਾਂ ਜਿਹੜਾ ਉਹ ਕੰਪਨੀਆਂ ਨੇਗੀਆਂ ਉਹ ਕਿਸਾਨਾਂ ਨੂੰ ਕਿਤੇ ਨਾ ਕਿਤੇ ਜ਼ਿਆਦਾ ਮੁੱਲ ਦੇਣਗੀਆਂ। 2-3 ਸਾਲਾਂ ਦੀ ਗੱਲ ਕਰਦੇ ਹਾਂ ਆਪਾਂ, ਕਿਉਂਕਿ ਹਰ ਬੰਦੇ ਨੂੰ ਹੁੰਦਾ ਗਾ ਵੀ ਮੇਰੀ ਫਸਲ ਜ਼ਿਆਦਾ ਮਹਿੰਗੀ ਵਿਕੇ, ਮੇਰੀ ਫਸਲ ਹੈ ਵੀ ਜ਼ਿਆਦਾ ਮਹਿੰਗੀ ਵਿਕੇ। 2-3 ਸਾਲ ਤਾਂ ਇਹ ਕੰਪਨੀ ਨੇ ਜਿਹੜੀਆਂ ਕਿਸਾਨ ਨੂੰ ਮੋਟੀ ਰਕਮ ਦੇਣਗੀਆਂ, ਇਹੀ ਹੋ ਸਕਦਾ। ਬਿਲਕੁਲ ਇਹੀ ਤਰਜੀਹ ਦੇਣੀ ਹੈ ਇਹ ਚੀਜ਼ ਨੂੰ, ਕਿਉਂਕਿ ਇੱਕ ਵਾਰ ਲੋਕਾਂ ਦੇ ਵਿੱਚ ਇਹ ਚੀਜ਼ ਪੈਦਾ ਕਰਨ ਦੀ ਉਹਨਾਂ ਦੀ ਸ਼ਕਤੀ ਹੋਊਗੀ ਆਪਣੇ ਆਪ ਨੂੰ, ਉਹ ਇਸ ਤਰ੍ਹਾਂ ਪੇਸ਼ ਕੀਤਾ ਜਾਊ ਕਿ ਤੁਹਾਡਾ ਜਿਹੜਾ ਫਿਕਸ ਰੇਟ ਸੀ ਉਹਦੇ ਮੁਤਾਬਕ ਅਸੀਂ ਵੱਧ ਰੇਟ ਦੇ ਰਹੇ ਹਾਂਗੇ, 2-4 ਸਾਲ ਦੇ ਦੇਣਗੇ। ਉਸ ਤੋਂ ਬਾਅਦ ਜਿਹੜੀਆਂ ਲੋਕਾਂ ਅੱਜ ਹਰੇਕ ਦੇ ਮਨ ਦੇ ਵਿੱਚ ਡਰ ਆ, ਕਿਸਾਨ ਦੇ ਮਨ ਦੇ ਵਿੱਚ ਡਰ ਆ ਕਿ ਸਾਡੀਆਂ ਫਸਲਾਂ ਦਾ ਪੱਕਾ ਰੇਟ ਖਤਮ ਹੋ ਜਾਊਗਾ, ਉਹ ਹੋਣਾ ਸੁਭਾਵਿਕ ਹੀ ਹੈ। ਜੇਕਰ ਆਪਾਂ ਇਹਦੇ ਵਿੱਚ ਗੱਲ ਕੀਤੀ ਜਾਵੇ ਤਾਂ ਜਿਵੇਂ ਕੋਈ ਵੀ ਪ੍ਰਾਈਵੇਟ ਪਲੇਅਰ ਇੱਥੇ ਆ ਗਿਆ, ਉਹਨੇ ਖਰੀਦ ਕਰ ਲਈ, ਜੇਕਰ ਉਹਦੇ ਸੰਬੰਧੀ ਕੋਈ ਦਿੱਕਤ ਆਉਂਦੀ ਹੈਗੀ ਤਾਂ ਉਹਦੇ ਲਈ ਇੱਕ ਐਸਡੀਐਮ ਦੀ ਡਿਊਟੀ ਲੱਗਣੀ ਹੈਗੀ ਤੇ ਉਦੋਂ ਬਾਅਦ ਡਿਪਟੀ ਕਮਿਸ਼ਨ ਜਿਹੜੇ ਜ਼ਿਲ੍ਹੇ ਦੇ ਹੁੰਦੇ ਨੇ ਜੀ। ਜੇਕਰ ਕੋਈ ਕਿਸਾਨ ਤੇ ਜਿਵੇਂ ਕੋਈ ਪ੍ਰਾਈਵੇਟ ਜਿਹੜਾ ਪਲੇਅਰ ਆਊਗਾ ਉਹਦੇ ਵਿਚਕਾਰ ਕੋਈ ਪ੍ਰੋਬਲਮ ਸਾਡੇ ਦਰਸ਼ਕਾਂ ਨੂੰ ਪਲੇਅਰ ਦਾ ਵੀ ਦੱਸ ਦਿਓ। ਜਿਵੇਂ ਕੋਈ ਵੀ ਵਪਾਰੀ ਆਊਗਾ, ਆਪਾਂ ਸਿੱਧੀ ਗੱਲ ਸਮਝਾਉਣੀ ਆ ਜੀ, ਜਿਵੇਂ ਕੋਈ ਬਾਹਰੋਂ ਵਪਾਰੀ ਆ ਗਿਆ, ਉਹ ਆ ਕੇ ਆਪਣੀ ਮਨਮਰਜ਼ੀ ਹਿਸਾਬ ਨਾਲ ਕਿੰਨਾ ਰੇਟ ਲਾਉਂਦਾਗਾ, ਕਿੰਨਾ ਫਸਲ ਦਾ ਰੇਟ ਉਹਦੀ ਕੁਆਲਿਟੀ ਦੇਖ ਕੇ ਦੇਊਗਾ। ਜੇਕਰ ਉਹਦੇ ਵਿੱਚ ਕੋਈ ਕਿਸਾਨ ਨੂੰ ਲੱਗਦਾ ਕਿ ਮੇਰਾ ਸਹੀ ਨਹੀਂ ਹੋ ਰਿਹਾ ਫਸਲ ਦੀ ਖਰੀਦ, ਜੇਕਰ ਇਸ ਸੰਬੰਧੀ ਕੋਈ ਸਮੱਸਿਆ ਨੂੰ ਉਹਦੇ ਲਈ ਐਸਡੀਐਮ ਉਦੋਂ ਡਿਪਟੀ ਕਮਿਸ਼ਨਰ ਉਹਨਾਂ ਨੂੰ ਦਿੱਤੀ ਜਾਣੀ ਜ਼ਿੰਮੇਵਾਰੀ। ਪਰ ਸਵਾਲ ਇੱਥੇ ਇਹ ਹੈਗਾ ਕਿ ਜਿਹੜੇ ਆਪਣੇ ਅਧਿਕਾਰੀ ਨੇ ਉਹਨਾਂ ਕੋਲ ਤਾਂ ਪਹਿਲੀ ਸਮਾਂ ਨਹੀਂ ਹੈਗਾ, ਆਮ ਲੋਕਾਂ ਕੋਲ ਮਿਲਣ ਦਾ ਸਮਾਂ ਉਹਨਾਂ ਕੋਲ ਕਿੱਥੇ ਹੈਗਾ, ਨਾ ਕੋਈ ਉੱਥੇ ਜਾ ਸਕਦਾ। ਆਮ ਸੁਧਾਰਨ ਕਿਸਾਨ ਨੂੰ ਇਹ ਨਹੀਂ ਪਤਾ ਕਿ ਐਸਡੀਐਮ ਦਾ ਦਫ਼ਤਰ ਕਿੱਥੇ ਹੈਗਾ। ਜਿਨ੍ਹਾਂ ਵਿੱਚ ਕੋਈ ਜਾਗਰੂਕਤਾ ਉਹ ਬੇਸ਼ੱਕ ਜਾਣਦੇ ਨੇ, ਪਰ ਬਹੁਤ ਗਿਣਤੀ ਕਿਸਾਨਾਂ ਨੂੰ ਮਤਲਬ ਕਿ ਦਿੱਕਤ ਆਊਗੀ ਚੀਜ਼ ਦੀ। ਬਾਕੀ ਦੂਸਰਾ ਪਹਿਲੂ ਇਹਦਾ ਇਹ ਹੈਗਾ ਕਿ ਜਿਹੜਾ ਕੋਈ ਕੰਪਨੀ ਵਾਲਾ ਪਲੇਅਰ ਆਊਗਾ ਇੱਥੇ ਜਿਹੜਾ ਨਾ, ਉਹ ਕੋਈ ਆਮ ਤਾਂ ਹੈ ਨਹੀਂਗਾ, ਉਹ ਕੋਈ ਵੱਡੀਆਂ ਕੰਪਨੀਆਂ ਦਾ ਬੰਦਾ ਹੀ ਆਊਗਾ ਜੀ। ਵੱਡੀਆਂ ਕੰਪਨੀਆਂ ਨੂੰ ਸਰਕਾਰਾਂ ਨਾਲ ਮਿਲ ਕੇ ਚੱਲਦੀਆਂ ਨੇ, ਸਰਕਾਰਾਂ ਦੇ ਅਫਸਰ ਨੇ। ਹੁਣ ਤਾਂ ਸਵਾਲ ਇਹ ਹੈ ਕਿ ਉਹ ਸੁਣਵਾਈ ਆਮ ਲੋਕਾਂ ਦੀ ਹੋਊ ਜਾਂ ਉੱਪਰਲੇ ਵੱਡੇ ਅਹੁਦਿਆਂ ਤੇ ਬੈਠੇ ਬੰਦਿਆਂ ਦੀ ਹੋਊਗੀ ਜੀ। ਜਿਵੇਂ ਵੱਡੀਆਂ ਕੰਪਨੀਆਂ ਦੇ ਜੇ ਆਪਾਂ ਗੱਲ ਕਰੀਏ ਤਾਂ ਤਾਣਾ ਬਾਣਾ ਸਾਰਾ ਉਹਨਾਂ ਦੇ ਅਕੋਰਡਿੰਗ ਹੋਊਗਾ। ਜੇ ਅਦਾਲਤਾਂ 'ਚ ਸੁਣਵਾਈ ਵੀ ਹੋਊਗੀ ਤਾਂ ਉਹਨਾਂ ਦੀ ਹੋਊਗੀ, ਆਮ ਬੰਦੇ ਦੀ ਅਦਾਲਤਾਂ ਵਿੱਚ ਸੁਣਵਾਈ ਹੈ ਜਿਹੜੀ ਉਹ ਨਹੀਂ ਹੋਣੀ। ਇੱਥੇ ਇੱਕ ਗੱਲ ਸਭ ਤੋਂ ਵੱਡੀ, ਇਸ ਜਿਹੜਾ ਆਰਡੀਨੈਂਸ, ਪਹਿਲਾ ਆਪਾਂ ਆਰਡੀਨੈਂਸ ਦੀ ਗੱਲ ਕਰ ਰਹੇ ਹਾਂ, ਖਰੀਦ ਵੇਚ ਬਾਰੇ ਗੱਲ ਕਰ ਰਹੇ ਹਾਂ, ਉਹਦੇ ਵਿੱਚ ਇਹਨਾਂ ਨੇ ਜਿਹੜਾ ਇਹ ਬਣਾਉਣਾ ਨਾ ਪੂਰਾ ਤਿਆਰ ਕਰਨਾ ਗਾ ਮਟੀਰੀਅਲ, ਇਹਦੇ ਵਿੱਚ ਜਿਹੜੇ ਕਾਗਜ਼ਾਤ ਲਾਉਣੇ ਉਹਨਾਂ ਨੇ ਇਸ ਤਰੀਕੇ ਦਾ ਲਿਖਿਆ ਹੋਇਆ ਕਿ ਆਪਾਂ ਇਹਦੀ ਸੁਣਵਾਈ ਕਿਤੇ ਅਦਾਲਤ ਦੇ ਵਿੱਚ ਨਹੀਂ ਲਗਾ ਸਕਦੇ। ਇਹਦੀ ਸੁਣਵਾਈ ਸਿਰਫ ਐਸਡੀਐਮ ਤੱਕ ਹੀ ਸੀਮਿਤ ਕਰ ਦਿੱਤੀ ਗਈ ਹੈ ਜੀ। ਇਹਦੇ ਤੇ ਇਹ ਨਹੀਂਗਾ ਵੀ ਆਪਾਂ ਕਿਤੇ ਹੋਰ ਜਾ ਕੇ ਆਪਣੇ ਫੇਰ ਕਰ ਲੈਣਾ, ਉਹ ਸਾਰੇ ਹੱਥ ਵੜ ਦਿੱਤੇ ਗਏ ਨੇ ਕਿਸੇ ਹਰੇਕ ਬੰਦੇ ਨੂੰ। ਉਹ ਪਹਿਲੇ ਇਹਨਾਂ ਨੇ ਆਪਣੇ ਹਿਸਾਬ ਨਾਲ ਕਾਨੂੰਨ ਬਣਾ ਰਹੇ ਨੇ। ਜਿਹੜਾ ਕਾਨੂੰਨ ਹੈ ਸਾਰਾ ਕਾਰਪੋਰੇਟ ਘਰਾਣਿਆਂ ਪੱਖੀ ਕਾਨੂੰਨ ਆ, ਲੋਕਾਂ ਪੱਖੀ ਕਾਨੂੰਨ ਕੋਈ ਨਹੀਂ ਹੈਗਾ ਜੀ। ਇਸ ਬਿੱਲ ਦੇ ਨਾਲ ਜਿਹੜੇ ਕਿਸਾਨ ਦੇ ਨਾਲ ਆੜ੍ਹਤੀਏ ਜੁੜੇ ਹੋਏ ਨੇ, ਜਿਹੜੇ ਫਸਲ ਸਿੱਟਦੇ ਨੇਗੇ, ਉਸ ਆੜ੍ਹਤ ਦਾ ਕੀ ਪ੍ਰਭਾਵ ਪਊਗਾ ਬਿੱਲ ਤੇ? ਜਿਹੜਾ ਬਿੱਲ ਆ ਗਿਆ ਸਿੱਧਾ ਪ੍ਰਾਈਵੇਟ ਘਰਾਣਿਆਂ ਦੇ ਹੱਥਾਂ ਵਿੱਚ ਰਹਿ ਜਾਊਗਾ ਜੀ। ਜੇਕਰ ਆਪਾਂ ਆੜ੍ਹਤੀ ਦੀ ਗੱਲ ਕਰੀਏ, ਅੱਗੇ ਕਿਸਾਨ ਤੇ ਆੜ੍ਹਤੀ ਦਾ ਰਿਸ਼ਤਾ ਇੱਕ ਬਹੁਤ ਨੇੜਤਾ ਰਿਸ਼ਤਾ ਹੈਗਾ, ਕਿਉਂਕਿ ਆੜ੍ਹਤੀ ਤੋਂ ਬਿਨਾਂ ਕਿਸੇ ਵੀ ਕਿਸਾਨ ਦਾ ਗੁਜ਼ਾਰਾ ਨਹੀਂ ਹੈਗਾ। ਜੇਕਰ ਆਪਾਂ ਬਿੱਲਾਂ ਦੀ ਗੱਲ ਕੀਤੀ ਜਾਵੇ ਤਾਂ ਆੜ੍ਹਤੀ ਇਸ ਵਿੱਚੋਂ ਬਿਲਕੁਲ ਪਾਸੇ ਹਟਾ ਦਿੱਤਾ ਗਿਆ ਹੈ। ਪਿਛਲੇ ਦਿਨੀ ਕੇਂਦਰ ਸਰਕਾਰ ਵੱਲੋਂ ਦਾਅਵਾ ਕੀਤਾ ਕਿ ਅਸੀਂ ਵਿਚੋਲੇ ਖਤਮ ਕਰ ਦਿੰਦੇ ਵਿੱਚੋਂ ਜੀ, ਜਦ ਕਿ ਵਿਚੋਲਾ ਸ਼ਬਦ ਉਹਨਾਂ ਨੇ ਬਹੁਤ ਗਲਤ ਵਰਤਿਆ। ਇਹਦੇ ਲਈ ਬਹੁਤ ਲੋਕਾਂ ਦੇ ਵਿੱਚ ਗੁੱਸਾ ਵੀ ਪਾਇਆ ਜਾ ਰਿਹਾ, ਆੜ੍ਹਤੀ ਵਿੱਚ ਵੀ ਗੁੱਸਾ ਪਾਇਆ ਜਾ ਰਿਹਾ ਜੀ ਜੀ ਜੀ। ਉਹ ਤਾਂ ਦਿਨ ਰਾਤ ਕਿਸਾਨਾਂ ਦੀ ਮਦਦ ਲੈ ਕੇ ਆਉਂਦੇ ਆ, ਕੋਈ ਵੀ ਲੋੜ ਆ ਗਈ ਹਰੇਕ ਚੀਜ਼ ਲਈ ਕਿਸਾਨ ਆੜ੍ਹਤੀ ਤੱਕ ਪਹੁੰਚ ਕਰਦਾ ਹੈਗਾ ਜੀ। ਇਹ ਹੁਣ ਇਸ ਤਰ੍ਹਾਂ ਦਾ ਕਾਨੂੰਨ ਆਇਆ ਕਿ ਆੜ੍ਹਤੀ ਨੂੰ ਇਹਦੇ ਵਿੱਚੋਂ ਬਾਹਰ ਕੀਤਾ, ਕਿਉਂਕਿ ਉਹ ਆਪਣੀ ਮਰਜ਼ੀ ਨਾਲ ਆਉਣ, ਕਿਦੋਂ ਆ ਗਿਆ ਕੋਈ ਕਿਦੋਂ ਆ ਗਿਆ,
ਆਪਦੀ ਫਸਲ ਖਰੀਦਣ ਵੀ ਜਾਣਗੇ। ਬਿਲਕੁਲ। ਜੇ ਅਸੀਂ ਸੌਖੇ ਸ਼ਬਦਾਂ ਦੇ ਵਿੱਚ ਇਹਨੂੰ ਗੱਲ ਕਰੀਏ ਤਾਂ ਅੱਗੇ ਇਹ ਸੀਗਾ ਵੀ ਜਦੋਂ ਜ਼ਿਮੀਂਦਾਰ ਨੂੰ ਮੰਨ ਲਓ 40,000 50,000 ਰੁਪਏ ਦੀ ਅਚਨਚੇਤ ਲੋੜ ਪੈਂਦੀ ਸੀ ਤਾਂ ਆੜ੍ਹਤੀਆ ਵੀ ਪਿੰਡ 'ਚ ਹੁੰਦਾ ਸੀ, ਆੜ੍ਹਤੀਆ ਵੀ ਨੇੜੇ ਹੁੰਦਾ ਸੀ, ਤਾਂ ਜ਼ਿਮੀਂਦਾਰ ਭੱਜ ਕੇ ਜਾ ਕੇ ਆੜ੍ਹਤੀਏ ਤੋਂ ਲੋੜ ਵੇਲੇ 50,000 ਰੁਪਇਆ ਅਚਨਚੇਤ ਫੜ ਲਿਆਉਂਦਾ ਸੀਗਾ। ਬਿਲਕੁਲ ਬਿਲਕੁਲ। ਸਭ ਤੋਂ ਵੱਡੀ ਮਾਰ ਜ਼ਿਮੀਂਦਾਰ ਭਰਾਵਾਂ ਨੂੰ ਇਸ ਆੜਤ ਦੀ ਪਊਗੀ। ਫਿਰ ਉਹ 50,000 ਰੁਪਏ ਉਹਨਾਂ ਨੂੰ ਮਿਲਣਾ ਨਹੀਂਗਾ, ਨਾ ਤਾਂ ਜਿਹੜੀਆਂ ਵੱਡੀਆਂ ਕੰਪਨੀਆਂ ਨੇਗੀਆਂ ਉਹ ਤੁਹਾਨੂੰ 50,000 ਰੁਪਏ ਦੇਣਗੀਆਂ ਤੇ ਨਾ ਹੀ ਤੁਸੀਂ ਉਹਨਾਂ ਤੋਂ ਲੈ ਸਕਦੇ ਹੋਗੇ। ਹਾਂਜੀ ਹਾਂ ਬਿਲਕੁਲ, ਇਹ ਤੁਹਾਡੀ ਗੱਲ। ਇਹ ਸਭ ਤੋਂ ਵੱਡੀ ਸਮੱਸਿਆ ਹੋਊਗੀ ਮੇਰੇ ਕਿਸਾਨ ਭਰਾਵਾਂ ਨੂੰ। ਜੇ ਇਹ ਬਿੱਲ ਪਾਸ ਹੁੰਦੇ ਨੇ, ਉਹਨਾਂ ਦੀ ਆੜਤ ਚੱਕੀ ਜਾਊਗੀ, ਉਹਨਾਂ ਦੀ ਜਿਹੜੀ ਲੋੜ ਪੈਣ ਤੇ ਅਚਨਚੇਤ ਪੈਸੇ ਲੈ ਲੈਂਦੇ ਸੀ ਕਿਸੇ ਆੜਤੀ ਤੋਂ, ਉਹ ਖਤਮ ਹੋ ਜੂ ਬਿਲਕੁਲ। ਤੇ ਦੂਸਰੇ ਬਿੱਲ ਦੀ ਗੱਲ ਕਰਦੇ ਆਪਾਂ। ਦੂਸਰੇ ਬਿੱਲ ਦੇ ਵਿੱਚ ਕੀ ਹੈਗਾ? ਜਿਹੜਾ ਦੂਸਰਾ ਬਿੱਲ ਹੈਗਾ ਉਹ ਜ਼ਰੂਰੀ ਵਸਤਾਂ ਨਾਲ ਸੰਬੰਧਿਤ ਬਿੱਲ ਹੈ। ਪਹਿਲਾਂ ਆਪਣੇ ਜ਼ਰੂਰੀ ਵਸਤਾਂ ਨੂੰ ਜਿਹੜੀਆਂ ਆਪਣੇ ਰਾਸ਼ਨ ਦੀਆਂ ਚੀਜ਼ਾਂ ਨੇ ਉਹਦੇ ਨੂੰ ਜੋੜਿਆ ਹੋਇਆ ਹੈਗਾ। ਇਹ ਤੁਹਾਨੂੰ ਪਤਾ, ਮੈਨੂੰ ਪਤਾ, ਆਪਣੇ ਦਰਸ਼ਕਾਂ ਨੂੰ ਪਤਾ ਕਿ ਜ਼ਰੂਰੀ ਵਸਤਾਂ ਉਹ ਨੇ ਜਿਹੜੀਆਂ ਆਪਣੇ ਘਰੇਲੂ ਵਰਤੋਂ ਦੇ ਵਿੱਚ ਖਾਣ ਪੀਣ ਦੇ ਤੌਰ ਤੇ ਆਉਂਦੀਆਂ ਨੇ, ਉਹ ਸਭ ਤੋਂ ਜ਼ਰੂਰੀ ਹੈ। ਬਾਕੀ ਵਸਤਾਂ ਸਭ ਤੋਂ ਪਿੱਛੇ ਨੇ। ਜੇ ਆਪਾਂ ਕੋਈ ਰਾਸ਼ਨ ਦੀ ਗੱਲ ਕਰੀਏ, ਹੁਣ ਦੇਖਿਆ ਜਾਵੇ ਤਾਂ ਲਾਕਡਾਊਨ ਦੇ ਵਿੱਚ ਜਦੋਂ ਕੋਈ ਹਦਾਇਤਾਂ ਆਉਂਦੀਆਂ ਸਰਕਾਰ ਦੀਆਂ ਕੋਈ ਦੁਕਾਨਾਂ ਖੋਲ੍ਹਣੀਆਂ ਤਾਂ ਸਭ ਤੋਂ ਪਹਿਲਾਂ ਰਾਸ਼ਨ ਦੀਆਂ ਦੁਕਾਨਾਂ ਖੋਲ੍ਹੀਆਂ ਜਾਂਦੀਆਂ ਸੀਗੀਆਂ। ਜੀ ਜੀ ਜੀ। ਜਿਵੇਂ ਹੁਣ ਜਿਹੜਾ ਇਹ ਮਤਲਬ ਕਿ ਦੂਸਰਾ ਜ਼ਰੂਰੀ ਵਸਤਾਂ ਦਾ ਐਕਟ ਬਣਾਇਆ ਗਿਆ 1955 ਦੇ ਤਹਿਤ ਸੋਧ ਕੀਤੀ ਆ ਜੀ। ਜਿਹੜਾ ਪਹਿਲਾ ਐਕਟ ਚੱਲਦਾ ਸੀਗਾ 1955 ਦੇ ਵਿੱਚ ਬਣਿਆ ਸੀ, ਉਹ ਤੋਂ ਸੋਧ ਕੀਤੀ ਜਾ ਰਹੀ ਹੈ। ਕੀ ਸੋਧ ਕੀਤੀ ਗਈ ਹੈ ਕਿ ਉਹਦੇ ਬਾਰੇ ਦੱਸੋ ਸਾਨੂੰ। ਜਿਵੇਂ ਆਪਣੀਆਂ ਆਲੂ, ਪਿਆਜ਼ ਤੇ ਦਾਲਾਂ, ਇਹ ਆਪਣੀ ਬਿਲਕੁਲ ਜ਼ਰੂਰੀ ਵਸਤਾਂ ਨੇ, ਪਰ ਸਰਕਾਰ ਇਹਨਾਂ ਚੀਜ਼ਾਂ ਨੂੰ ਜ਼ਰੂਰੀ ਵਸਤ ਤੋਂ ਬਾਹਰ ਕਰ ਰਹੀ ਹੈ। ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਆਪਣੇ ਆਲੂ ਜ਼ਰੂਰੀ ਵਸਤਾਂ ਨਹੀਂ ਹਨ। ਇਹ ਬਹੁਤ ਸੋਚਣ ਵਾਲੀ ਗੱਲ ਆ। ਜੀ ਜੀ ਜੀ। ਸੋ ਕਿਸਾਨ ਵੀਰੋ, ਵਪਾਰੀ, ਮੱਧ ਵਰਗ ਜਾਂ ਸਮਾਜ ਦਾ ਕੋਈ ਵੀ ਵਰਗ ਹੋਵੇ, ਜੇ ਆਪਾਂ ਗੱਲ ਕਰਦੇ ਹਾਂ ਜ਼ਰੂਰੀ ਵਸਤੂਆਂ ਦੀ ਤਾਂ ਦਾਲਾਂ, ਆਲੂ, ਪਿਆਜ਼, ਖਾਣ ਵਾਲੀਆਂ ਚੀਜ਼ਾਂ ਮਨੁੱਖ ਦੀ ਮੁੱਢਲੀ ਲੋੜ ਨਹੀਂ ਹੈ। ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਆਪਾਂ ਪੇਟ ਦੀ ਭੁੱਖ ਦੀ। ਚਾਹੇ ਕੋਈ ਵਪਾਰੀ ਆ, ਚਾਹੇ ਕੋਈ ਕਿਸਾਨ ਆ, ਚਾਹੇ ਕੋਈ ਅਮੀਰ ਆ, ਚਾਹੇ ਕੋਈ ਗਰੀਬ ਆ, ਜੋ ਵੀ ਇਨਸਾਨ ਆਗਾ ਉਹਦੀ ਪਹਿਲੀ ਲੋੜ ਭੁੱਖ ਹੁੰਦੀ ਆ, ਪੇਟ ਦੀ ਭੁੱਖ ਹੁੰਦੀ ਆ। ਪੇਟ ਦੀ ਭੁੱਖ ਨਾਲ ਜੁੜੀਆਂ ਹੋਈਆਂ ਜਿਹੜੀਆਂ ਵਸਤੂਆਂ ਹੁੰਦੀਆਂ ਨੇ ਉਹ ਸਾਡੀਆਂ ਲੋੜ ਦੀਆਂ ਵਸਤੂਆਂ ਹੁੰਦੀਆਂ ਨੇ, ਪਰ ਉਹ ਸਾਰੀਆਂ ਹੁਣ ਦਾਲਾਂ, ਆਲੂ, ਪਿਆਜ਼ ਨੇ ਜਿਹੜੇ ਉਹ ਇਸ ਬਿੱਲ ਚੋਂ ਹਟਾ ਦਿੱਤੇ ਗਏ ਨੇ। ਜੇ ਮੈਂ ਗੱਲ ਕਰਾਂ ਤਾਂ ਇਹ ਕਹਿਣਾਗਾ ਵੀ ਇਹ ਲੋੜ ਦੀਆਂ ਵਸਤੂਆਂ ਜ਼ਰੂਰੀ ਨਹੀਂ ਸਮਝੀਆਂ ਗਈਆਂ ਗਵਰਨਮੈਂਟ ਵੱਲੋਂ। ਜੀ ਜੀ ਬਿਲਕੁਲ। ਇਹਦਾ ਹੁਣ ਅਸਰ ਇਹ ਪਊਗਾ ਲੋਕਾਂ ਦੇ, ਵਪਾਰੀਆਂ ਦੀ ਗੱਲ ਕਰਦੇ ਹਾਂ, ਵਪਾਰੀਆਂ ਦੀ ਗੱਲ ਕੀਤੀ ਪਹਿਲਾਂ, ਕਿ ਹੁਣ ਜਦੋਂ ਨਾ ਇਹ ਚੀਜ਼ਾਂ ਬਾਹਰ ਕਰ ਦਿੱਤੀਆਂ ਗਈਆਂ, ਪਹਿਲਾਂ ਇਹਦੇ ਰੋਕ ਸੀਗੀ, ਕੋਈ ਲੰਬੇ ਸਮੇਂ ਲਈ ਇਹਨੂੰ ਸਟੋਰ ਨਹੀਂ ਕਰ ਸਕਦਾ ਸੀਗਾ ਜੀ, ਇਹ ਵਸਤਾਂ ਸੀਗੀਆਂ। ਹੁਣ ਉਹਨਾਂ ਨੇ ਇਹ ਸੋਧ ਕਰਤੀ ਕਿ ਕੋਈ ਵੀ ਬੰਦਾ ਕਿਸੇ ਵੀ ਇਸ ਤਰ੍ਹਾਂ ਜਿਹੜੀ ਆਪਣੇ ਵਸਤਾਂ ਨੇ ਜ਼ਰੂਰੀ, ਉਹਨੂੰ ਆਪਾਂ ਸਟੋਰ ਕਰ ਸਕਦੇ ਹਾਂ ਜੀ। ਇਹਦਾ ਅਸਰ ਇਹ ਪਊਗਾ ਜਦੋਂ ਤੱਕ ਰੋਕ, ਜਿਵੇਂ ਆਪਣਾ ਸਟੋਰ ਕਰ ਲਿਆ, ਕੋਈ ਬੰਦਾ ਕੋਈ ਆ ਗਿਆ ਬਾਹਰੋਂ ਕੰਪਨੀ ਵਾਲਾ, ਠੀਕ ਹੈ ਜੀ, ਉਹਨੇ ਇਕੱਠੇ ਲੈ ਲਿਆ, ਆਪਣੇ ਇਕੱਠਾ ਕੁਝ ਖਰੀਦ ਲਿਆ, ਆਲੂ ਲੈ ਲਓ, ਕੋਈ ਆਪਾਂ ਪਿਆਜ਼ ਵਗੈਰਾ ਲੈ ਲਈਏ, ਦਾਲਾਂ ਲਾ ਲਈਏ, ਉਹ ਆਪਣੇ ਕੋਲ ਸਟੋਰ ਕਰ ਲਿਆ, ਉਹਨੂੰ ਰੋਕ ਲਿਆ, ਕੋਈ ਸਪਲਾਈ ਨੂੰ ਰੋਕ ਲਿਆ, ਆਪਣੀ ਮਰਜ਼ੀ ਨੂੰ ਰੋਕ ਲੈਣਗੇ ਜਿੰਨਾ ਮਰਜ਼ੀ। ਜਦੋਂ ਤੋਂ ਆਪਣੇ ਅਧਿਕਾਰੀ ਚੱਕ ਲਾ ਕੇ ਆਪਾਂ ਕਿੰਨਾ ਟਾਈਮ ਇਹਨੂੰ ਸਟੋਰ ਕਰ ਸਕਦੇ ਹਾਂ, ਉਹਨਾਂ ਨੇ ਰੋਕ ਲਾਤੀ, ਉਹ ਮਾਰਕੀਟ ਦੇ ਵਿੱਚ ਖਤਮ ਹੋ ਜਾਣੀ ਚੀਜ਼ ਹੈ ਜੀ। ਜਦੋਂ ਉਹਦਾ ਰੇਟ ਆਟੋਮੈਟਿਕ ਵਧ ਜਾਣਾ ਜੀ, ਜਦੋਂ ਰੇਟ ਵੱਧ ਗਿਆ ਤਾਂ ਫਿਰ ਉਹਨੂੰ ਵਧੇ ਹੋਏ ਰੇਟ ਮੁਤਾਬਕ ਚਾਲੂ ਕਰ ਦਿੱਤਾ ਜਾਊਗਾ, ਮਤਲਬ ਕਿ ਲੋਕਾਂ ਨੂੰ ਮਹਿੰਗੀਆਂ ਚੀਜ਼ਾਂ ਖਰੀਦਣੀਆਂ ਪੈ ਸਕਦੀਆਂ ਨੇ, ਜਿਹੜਾ ਬਿੱਲ ਹੈਗਾ ਜੀ। ਇਸ ਤੋਂ ਬਾਅਦ ਇਹਦੇ ਮਾਫੀ ਮੰਗਦਾ ਮੈਂ ਸ਼ਬਦ ਵਿੱਚ ਕੱਟੇ ਗਏ। ਇਹਦੇ ਨਾਲ ਇਹ ਹੋਊਗਾ ਵੀ ਜਿਹੜੇ ਹੁਣ ਸਾਡੇ ਕੋਲਡ ਸਟੋਰ ਸੀ ਜਾਂ ਜਿਹੜੇ ਸਾਡੇ ਛੋਟੇ ਵਪਾਰੀ ਸੀ, ਛੋਟੇ ਵੀ ਕਹਿ ਸਕਦੇ ਸੀ, ਥੋੜੀ ਵੱਡੇ ਵਪਾਰੀ ਕਹਿ ਸਕਦੇ ਹਾਂ, ਜਿਨ੍ਹਾਂ ਨੇ 2 ਜਾਂ 3 ਕਰੋੜ ਰੁਪਏ ਲਾ ਕੇ ਆਪਣੇ ਸਟੋਰ ਬਣਾਏ ਹੋਏ ਸੀਗੇ ਤੇ ਉਹਨਾਂ ਦੀ ਕੈਪੈਸਿਟੀ ਹੁੰਦੀ ਸੀ ਗਵਰਨਮੈਂਟ ਵੱਲੋਂ ਵੀ ਤੁਸੀਂ 1 ਟਨ ਜਾਂ 2 ਟਨ ਹੀ ਪਿਆਜ਼ ਜਿਹੜੇ ਸਟੋਰ ਕਰ ਸਕਦੇ ਹੋ, ਉਦੋਂ ਬਾਅਦ ਉਹ ਸਟੋਰ ਨਹੀਂ ਕਰ ਸਕਦੇ ਜੀ। ਬਿਲਕੁਲ। ਇਸ ਬਿੱਲ ਦੇ ਨਾਲ ਉਹ ਵਪਾਰੀਆਂ ਨੂੰ ਕੀ ਨੁਕਸਾਨ ਹੋਊਗਾ? ਉਹ ਵਪਾਰੀ ਇਸ ਤਰ੍ਹਾਂ ਨੁਕਸਾਨ ਹੋਊਗਾ ਉਹਨਾਂ ਨੂੰ ਵੀ ਜਿਹੜੇ ਹੁਣ ਸਟੋਰ ਬਣਨਗੇ ਉਹ 5000 ਕਰੋੜ ਰੁਪਏ ਦੇ ਜਾਂ 10000 ਕਰੋੜ ਰੁਪਏ ਦੇ ਸਟੋਰ ਬਣਨਗੇ ਤੇ ਉਹਨਾਂ ਦੇ ਵਿੱਚ ਜਿਹੜੀ ਫਸਲ ਰੱਖਣੀਆਂ, ਆਲੂ, ਗੰਢੇ, ਪਿਆਜ਼ ਜਾਂ ਜੋ ਵੀ ਸਬਜ਼ੀਆਂ ਭਾਜੀਆਂ ਸਟੋਰ ਹੋਣਗੀਆਂ, ਉਹ ਹੁਣ ਕੋਈ ਲਿਮਟ ਨਹੀਂ ਰਹਿਣੀ ਜੀ। ਅੱਗੇ ਸਰਕਾਰ ਵੱਲੋਂ ਸੀਗਾ ਵੀ ਕੋਈ ਸੀਮਾ ਸੀਗੀ ਮਿੱਥੀ ਹੋਈ ਵੀ ਤੋਂ ਬਾਅਦ ਤੁਸੀਂ ਸਟੋਰ ਨਹੀਂ ਕਰ ਸਕਦੇ। ਸੋ ਦੋਸਤੋ, ਜਦੋਂ ਹੁਣ ਇਹ ਵੱਡੇ ਸਟੋਰ ਬਣਨਗੇ ਤਾਂ ਇਹ ਮੰਨ ਲਓ ਜਿਵੇਂ
ਹੋਰ ਪੰਜਾਬੀ ਭਾਸ਼ਾ 'ਚ ਆਸਾਨ ਸ਼ਬਦਾਂ ਨੂੰ ਸਮਝਾਉਣ ਦੀ ਗੱਲ ਕਰਾਂ ਵੀ ਇੱਕ ਵੱਡਾ ਵਪਾਰੀ ਆਊਗਾ ਜਿਹੜਾ ਇਹ ਕਹੂਗਾ ਵੀ ਪੂਰੇ ਦੇਸ਼ ਦੇ ਵਿੱਚ ਪੈਦਾ ਹੋਏ ਗੰਢੇ ਨੇ ਜਿਹੜੇ ਉਹ ਮੈਂ ਖਰੀਦ ਰਿਹਾ ਗਾ। ਮੈਂ ਗੱਲ ਧਿਆਨ ਨਾਲ ਸੁਣਨ ਵਾਲੀ ਤੇ ਸਮਝਣ ਵਾਲੀ ਆ ਵੀ ਪੂਰੇ ਦੇਸ਼ ਦੇ ਵਿੱਚ ਪੈਦਾ ਹੋਏ ਗੰਢੇ ਨੇ ਜਿਹੜੇ ਉਹ ਇੱਕ ਵਪਾਰੀ ਖਰੀਦ ਲੂਗਾ ਤੇ ਉਹਦਾ ਸਟੋਰ ਵੀ ਏਡਾ ਵੱਡਾ ਹੋਊਗਾ ਵੀ ਉਹ ਪੂਰੇ ਗੰਢਿਆਂ ਨੂੰ ਆਪਣੇ ਸਟੋਰ 'ਚ ਸਟੋਰ ਕਰ ਲੂਗਾ। ਜੀ ਬਿਲਕੁਲ। ਬਾਕੀ ਇੱਥੇ ਇੱਕ ਕਿਸਾਨਾਂ ਦੀ ਸਭ ਤੋਂ ਵੱਡੀ ਮਾਰ ਇਹ ਪੈਣੀ ਹੈਗੀ, ਜਦੋਂ ਕਿਸਾਨ ਨੇ ਕੋਈ ਫਸਲ ਬੀਜ ਲਈ, ਕੋਈ ਜ਼ਰੂਰੀ ਵਸਤਾਂ ਨਾਲ ਸੰਬੰਧਿਤ ਫਸਲ ਬੀਜ ਲਈ, ਉਹ ਆਪਣੀ ਫਸਲ ਜਦੋਂ ਵੇਚੂਗਾ ਤਾਂ ਉਹ ਜਿਹੜੀ ਸਟੋਰ ਕੀਤੀ ਫਸਲ ਆ ਗਈ ਉਹਨੇ ਆਪਣੀ ਵਪਾਰੀ ਨੇ ਫਸਲ ਖੋਲ ਦੇਣੀ ਆ, ਉਹਦਾ ਜਿਹੜਾ ਉਹਨੇ ਸਟੋਰ ਕੀਤਾ ਉਹਦਾ ਮਾਰਕੀਟ ਦੇ ਵਿੱਚ ਵੈਲਿਊ ਘਟ ਜਾਊਗੀ, ਉਹਦੀ ਜੀ ਕੀਮਤ ਘਟ ਜਾਣੀ ਹੈਗੀ। ਉਦੋਂ ਕਿਸਾਨ ਨੂੰ ਸਸਤੇ ਭਾਅ ਵੇਚੂਗਾ ਕਿਉਂਕਿ ਜਦੋਂ ਆਮ ਹੋ ਗਈ ਜੀ ਉਹ ਸਸਤੇ ਭਾਅ ਭਾਅ ਫਿਰ ਖਰੀਦ ਲਊਗਾ, ਸਸਤੇ ਭਾਅ ਖਰੀਦ ਕੇ ਫਿਰ ਮਾਰਕੀਟ 'ਚ ਮਹਿੰਗੇ ਰੂਪ ਵਿੱਚ ਪਾ ਲਊਗਾ ਚੀਜ਼ ਨੂੰ। ਸੋ ਕੁੱਲ ਮਿਲਾ ਕੇ ਜੇ ਆਪਾਂ ਗੱਲ ਕਰੀਏ ਤਾਂ ਕਿਸਾਨ ਵੀ ਰਗੜਿਆ ਜਾਊਗਾ, ਵਪਾਰੀ ਵੀ ਰਗੜਿਆ ਜਾਊਗਾ, ਜਿਹੜੇ ਸਟੋਰ ਨੇਗੇ ਉਹ ਵੀ ਖਤਮ ਹੋ ਜਾਣਗੇ। ਕਿਤੇ ਨਾ ਕਿਤੇ ਇੱਕੋ ਹੀ ਬੰਦਾ ਰਹੂਗਾ ਜਿਹੜਾ ਪੂਰੇ ਦੇਸ਼ ਦੇ ਆਲੂ ਗੰਢੇ ਖਰੀਦ ਲੂਗਾ ਤੇ ਜਦੋਂ ਉਹਦਾ ਜੀ ਕਰੂਗਾ ਵੇਚ ਲੂਗਾ, ਜਦੋਂ ਉਹਦਾ ਜੀ ਕਰੂਗਾ ਰੇਟ ਘਟਾਉਣ ਦੇ ਤਾਂ ਆਪਦਾ ਸਟੋਰ ਖੋਲ ਦੂਗਾ, ਰੇਟ ਥੱਲੇ ਡਿੱਗ ਜੂਗਾ, ਡਿੱਗੇ ਹੋਏ ਰੇਟ ਤੇ ਉਹ ਦੁਬਾਰੇ ਗੰਢੇ ਖਰੀਦੂਗਾ, ਫਿਰ ਸਟੋਰ ਕਰੂਗਾ, ਜਦੋਂ ਮਹਿੰਗੇ ਹੋ ਗਏ ਉਹ ਫਿਰ ਵੇਚੂਗਾ। ਸੋ ਮੇਰੇ ਭਰਾਵੋ ਇਹ ਨਾ ਸੋਚੋ ਕਿਤੇ ਨਾ ਕਿਤੇ ਵੀ ਇਹ ਬਿੱਲ ਆ ਜਿਹੜਾ ਇਹ ਕਿਸਾਨੀ ਲਈ ਨੁਕਸਾਨਦੇਹ ਆ ਜਾਂ ਇਕੱਲਾ ਕਿਸਾਨ ਖਤਮ ਹੋਊਗਾ। ਛੋਟੇ ਦੁਕਾਨਦਾਰ, ਛੋਟੇ ਵਪਾਰੀ, ਛੋਟੇ ਸਟੋਰ ਕਰਨ ਵਾਲੇ ਸਟੋਰ ਕੀਪਰ ਲਾ ਲਓ, ਉਹ ਸਾਰਿਆਂ ਨੂੰ ਕਿਤੇ ਨਾ ਕਿਤੇ ਇਸ ਬਿੱਲ ਦਾ ਬਹੁਤ ਜ਼ਿਆਦਾ ਨੁਕਸਾਨ ਹੋਊਗਾ। ਬਿੱਲ ਤਾਂ ਹੇਠਲੇ ਵਰਗ ਤੋਂ ਉੱਪਰ ਦਾ ਗਰੀਬ ਵਰਗ ਨੂੰ ਬਹੁਤ ਝੋੜਿਆ ਜਾਣਾ ਇਹ ਬਿੱਲ ਨਾਲ, ਬਹੁਤ ਮੁਸ਼ਕਲ ਆਉਣੀ ਹੈਗੀ। ਬਿੱਲ ਜਿਹੜਾ ਜਦੋਂ ਲਾਗੂ ਹੋ ਗਿਆ ਗਵਰਨਮੈਂਟ ਨੇ ਪਾਸ ਕਰ ਦਿੱਤਾ ਗਿਆ ਤੇ ਇਹਦੇ ਵਿੱਚ ਹੋਰ ਹੁਣ ਕਿਸਾਨਾਂ ਕੋਲ ਇੰਨੀ ਸਮਰੱਥਾ ਨਹੀਂ ਕਿ ਉਹ ਇੰਨੀ ਚੀਜ਼ ਨੂੰ ਸਟੋਰ ਕਰ ਲੈਣ ਆਪਣੇ ਕੋਲ। ਬਿਲਕੁਲ ਆਪਣੇ ਦੇਸ਼ ਦੇ ਵਿੱਚ 85% ਛੋਟੀ ਕਿਸਾਨੀ ਰਹਿੰਦੀ ਹੈਗੀ, 2-3 ਕਿੱਲਿਆਂ ਵਾਲੀ। ਹਾਂਜੀ ਹਾਂ, ਜਿਹੜੀ ਜ਼ਿਆਦਾ ਮਤਲਬ ਕਿ ਹੇਠਲੇ ਪੱਧਰ ਤੇ ਕਿਸਾਨੀ ਹੈਗੀ ਤੇ ਉਹਨਾਂ ਨੂੰ ਬਹੁਤ ਵੱਡੀ ਦਿੱਕਤ ਆ ਸਕਦੀ ਹੈ ਕਿਉਂਕਿ ਉਹਨਾਂ ਨੂੰ ਪੱਕਾ ਰੇਟ ਨਹੀਂ ਮਿਲਣਾ। ਬਾਕੀ ਇੱਥੇ ਇੱਕ ਗੱਲ ਹੋਰ ਵੀ ਆ, ਜਿਹੜੇ ਬਿੱਲ ਨੇ ਇਹਨਾਂ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਜਿਹੜੀ ਤੁਹਾਡੀ ਖਰੀਦ ਮੰਨ ਲਓ ਪ੍ਰਾਈਵੇਟ ਪਲੇਅਰ ਆ ਗਏ ਇੱਥੇ, ਉਹ ਤੁਹਾਨੂੰ ਜਿਹੜੀ MSP ਆਪਣਾ ਪੱਕਾ ਰੇਟ ਹੈਗਾ, ਸਮਰਥਨ ਮੁੱਲ ਹੈਗਾ ਆਪਣਾ, ਉਹ ਉੱਪਰ ਖਰੀਦਣ, ਉਹ ਤੋਂ ਘੱਟ ਨਾ ਖਰੀਦਣ। ਇਹਦੇ ਵਿੱਚ ਚਾਹੀਦਾ ਇਹ ਸੀਗਾ ਆਪਣੇ ਕਿਸਾਨ ਜਿਹੜੇ ਆਪਣੇ ਯੂਨੀਅਨਾਂ ਸੰਗਠਨ ਵੀ ਕਰ ਰਹੇ ਨੇ ਸੰਘਰਸ਼, ਉਹਨਾਂ ਨੇ ਵੀ ਮੁੱਦਾ ਉਠਾਇਆ ਕਿ ਘੱਟੋ ਘੱਟ ਸਾਡਾ ਉਹ ਰੇਟ ਦਾ ਰੱਖਿਆ ਜਾਵੇ, ਉਸ ਤੋਂ ਉੱਪਰ ਜਿੰਨਾ ਖਰੀਦਣਾ ਕਿਸੇ ਨੇ ਖਰੀਦ ਲਵੇ ਉਹ ਫਿਰ ਕੋਈ ਦਿੱਕਤ ਨਹੀਂ ਹੈਗੀ। ਉਹਨੂੰ ਖਤਮ ਕਰਕੇ ਉਹ ਆਪਣੀ ਮਨਮਰਜ਼ੀ ਨਾਲ ਖਰੀਦਣਗੇ। ਬਾਕੀ ਫਸਲ ਦੀ ਕੁਆਲਿਟੀ ਦੀ ਗੱਲ ਕਰੀਏ, ਉਹ ਆਪਣੀ ਮੰਨ ਲਓ ਕਿਸੇ ਨੇ ਕੋਈ ਆਲੂ ਗੰਢੇ ਪੈਦਾ ਕਰ ਰਹੇ, ਉਹਨੂੰ ਉਹਨਾਂ ਦਾ ਅਧਿਕਾਰ ਆ ਕਿ ਉਹਨੂੰ ਕੁਆਲਿਟੀ ਦੇਖਣਗੇ ਵੀ ਅਸੀਂ ਤੁਹਾਡੀ ਕੁਆਲਿਟੀ ਦੇਖਣੀ ਹੈ, ਵੀ ਐਂ ਦੇਖਣੇ ਇਹਦਾ ਆਲੂ ਪੂਰੇ ਗੋਲ ਨਹੀਂ ਹੈਗੇ, ਇਹਦਾ ਵਿੰਗ ਟੰਗੇ ਨੇ, ਅਸੀਂ ਨਹੀਂ ਲੈ ਸਕਦੇ ਇਹ ਕੁਆਲਿਟੀ ਨੂੰ। ਉਹ ਕਿਸਾਨਾਂ ਦੇ ਸਿਰ ਪੈਣ ਵਾਲੀ ਗੱਲ ਹੋ ਜਾਣੀ ਹੈ। ਤਾਂ ਜਿਹੜੇ ਕਿਸਾਨੀ ਨਾਲ ਜੁੜੇ ਹੋਏ ਮੇਰੇ ਕਿਸਾਨ ਵੀਰ ਨੇ, ਵਪਾਰੀ ਨਹੀਂ ਹੈਗੇ, ਤਾਂ ਕਿਸਾਨਾਂ ਨੂੰ ਪਤਾ ਹੈਗਾ ਵੀ ਜਦੋਂ ਉਹ ਮੰਡੀ 'ਚ ਝੋਨਾ ਵੇਚਣ ਜਾਂਦੇ ਨੇ ਉੱਥੇ ਝੋਨੇ 'ਚ 10-10 20 ਨੁਕਸ ਕੱਢੇ ਜਾਂਦੇ ਨੇ ਜੀ। ਝੋਨਾ ਤੁਹਾਡਾ ਗਿੱਲਾ ਸਲਾਬਾ ਗਾ, ਹਜੇ ਨਹੀਂ ਖਰੀਦਿਆ ਜਾਣਾ। ਇਹ ਸਰਕਾਰੀ ਸੀਗਾ, ਪਰ ਜਦੋਂ ਪ੍ਰਾਈਵੇਟ ਹੋ ਗਿਆ ਜਿਵੇਂ ਸੁਖਰਾਜ ਜੀ ਨੇ ਦੱਸਿਆ ਹੈਗਾ, ਉੱਥੇ ਆਲੂ ਦਾ ਸਾਈਜ਼ ਵੀ ਦੇਖਿਆ ਜਾਊਗਾ, ਆਲੂ ਕਿੰਨੇ ਸਾਈਜ਼ ਦਾ, ਮੋਟਾ ਗਾ, ਬਰੀਕ ਆ, ਚੌਰਸ ਆ, ਗੋਲ ਆ। ਪਰ ਆਲੂ ਜ਼ਮੀਨ 'ਚੋਂ ਪੈਦਾ ਹੁੰਦਾ, ਕੁਦਰਤ ਵੱਲੋਂ ਪੈਦਾ ਹੁੰਦਾ। ਇਹਦੇ ਬਾਰੇ ਤਾਂ ਕੋਈ ਵਿਗਿਆਨ ਵੀ ਨਹੀਂ ਦੱਸ ਸਕਦਾ, ਕੋਈ ਧਰਮ ਦਾ ਧਾਰਮਿਕ ਬੰਦਾ ਵੀ ਨਹੀਂ ਦੱਸ ਸਕਦਾ ਵੀ ਆਲੂ ਆ ਜਿਹੜਾ ਕਿਹੜੇ ਸਾਈਜ਼ ਦਾ, ਉਹ ਕਿਹੜੇ ਸਾਈਜ਼ ਜਾਂ ਵੇਟ ਦਾ ਹੋਊਗਾ, ਨਹੀਂ ਕਿਸੇ ਨੂੰ ਇਹਦੇ ਬਾਰੇ ਪਤਾ। ਬਾਕੀ ਜੇ ਆਪਾਂ ਸਮਰਥਨ ਮੁੱਲ ਦੀ ਗੱਲ ਕਰੀਏ, ਹੁਣ ਇਹ ਗਵਰਨਮੈਂਟ ਇਹ ਕਹਿੰਦੀ ਹੈ ਵੀ ਸਮਰਥਨ ਮੁੱਲ ਨਹੀਂ ਖਤਮ ਕੀਤਾ ਜਾ ਸਾਡੇ ਵੱਲੋਂ, ਵੀ ਉਹ ਜਾਰੀ ਰਹੂਗਾ। ਪਰ ਸਮਰਥਨ ਮੁੱਲ ਤਾਂ ਮੱਕੀ ਦਾ ਵੀ ਆ, ਨਰਮੇ ਕਪਾਹ ਦਾ ਵੀ ਆ, ਪਰ ਉਹ ਵਿਕਦਾ ਕਿੰਨੇ ਰੇਟ ਤੇ ਆਪਾਂ ਕਿ ਉਹਦਾ ਸਮਰਥਨ ਮੁੱਲ ਕਿੱਥੇ ਆ? ਸਮਰਥਨ ਮੁੱਲ 1800 1900 ਹੁੰਦਾ ਗਾ, ਵਿਕਦਾ ਉਹ 800 1000 700 ਇੱਥੇ ਵੀ ਆਇਆ ਹੈ। ਤਾਂ ਕਰਕੇ ਕਿਸਾਨਾਂ ਦੇ ਮਨ 'ਚ ਬਹੁਤ ਵੱਡੀ ਦੁਚਿੱਤੀ ਆ, ਡਰ ਹੈਗਾ ਉਹਨਾਂ ਨੂੰ। ਬਾਕੀ ਉਹ ਕਲੀਅਰ ਹੀ ਹੋਈ ਪਈ ਗੱਲ ਵੀ ਘੱਟ ਰੇਟ ਦੇ ਵਿਕੂਗੇ, ਚਾਹੇ ਬੇਸ਼ੱਕ ਲੋਕ ਕੀ ਕੀਤਾ ਜਾ ਰਿਹਾ ਕਿ ਅਸੀਂ ਤੁਹਾਨੂੰ ਪੂਰਾ ਫਾਇਦਾ ਦਵਾਂਗੇ। ਇੱਕ ਹੋਰ ਗੱਲ ਆ ਨੋਟ ਕਰਨ ਵਾਲੀ, ਇਹ ਵੀ ਹੋ ਸਕਦਾ ਵੀ ਅੱਜ ਜਿਹੜਾ ਸਮਰਥਨ ਮੁੱਲ ਗਵਰਨਮੈਂਟ ਨੇ ਮਿੱਥ ਲਿਆ ਵੀ ਮੰਨ ਲਓ 2200 ਰੁਪਏ ਕੁਇੰਟਲ ਮਿੱਥ ਲਿਆ, ਉਹਦੇ ਪੈਰਲਲ ਇੱਕ ਕੰਪਨੀ ਖੜੀ ਹੋ ਜੂਗੀ ਜੀ। ਪੈਰਲਲ ਅੱਗੇ ਵੀ ਜਿੰਨੇ ਵੀ ਤੁਸੀਂ ਨੋਟ ਕਰ ਲਓ
ਜਿੰਨੇ ਵੀ ਵਿਭਾਗ ਨੇ ਜਦੋਂ ਪ੍ਰਾਈਵੇਟ ਹੁੰਦੇ ਨੇ, ਮੰਨ ਲਓ ਬਿਜਲੀ ਬੋਰਡ ਸੀਗਾ, ਜਦੋਂ ਬਿਜਲੀ ਬੋਰਡ ਪ੍ਰਾਈਵੇਟ ਹੋਇਆ ਤਾਂ ਲੋਕਾਂ ਨੂੰ ਪਤਾ ਵੀ ਨਹੀਂ ਲੱਗਿਆ ਵੀ ਕਿਹੜੀਆਂ ਨੀਤੀਆਂ ਦੇ ਤਹਿਤ ਕਦੋਂ ਚੋਰ ਮੋਰੀ ਬਿਜਲੀ ਬੋਰਡ ਸੀ ਜਿਹੜਾ ਪ੍ਰਾਈਵੇਟ ਕਰ ਦਿੱਤਾ ਗਿਆ। ਕਿਸਾਨੀ ਵੀ ਬਿਲਕੁਲ ਇਸੇ ਕੰਢੇ ਪਹੁੰਚ ਚੁੱਕੀ ਹੈਗੀ। ਮੈਂ ਸਪਸ਼ਟ ਦੱਸਣਾ ਚਾਹੁੰਦਾ ਮੇਰੇ ਦਰਸ਼ਕ ਵੀਰਾਂ ਨੂੰ ਵੀ ਇਹ ਜਿਵੇਂ ਦੱਸਿਆਗਾ ਇਹਨਾਂ ਨੇ ਵੀ ਪੈਰਲਲ ਦੇ ਇੱਕ ਪ੍ਰਾਈਵੇਟ ਕੰਪਨੀ ਖੜੀ ਹੋ ਜੂਗੀ, ਉਸ ਸਮਰਥਨ ਮੁੱਲ ਦੇ ਬਰਾਬਰ ਇੱਕ ਪੈਰਲਲ ਕੰਪਨੀ ਖੜੀ ਹੋ ਜੂਗੀ। ਜਦੋਂ ਕਿਸਾਨ ਫਸਲ ਵੇਚਣ ਜਾਊਗਾ ਤਾਂ ਇਹਦਾ ਰੇਟ ਹੈਗਾ ਮੰਨ ਲਓ 4200 ਰੁਪਏ ਹੈਗਾ, ਤਾਂ ਉਹ ਪ੍ਰਾਈਵੇਟ ਕੰਪਨੀ 8000 ਰੁਪਇਆ 10000 ਰੁਪਇਆ ਵੀ ਕਿਸਾਨ ਨੂੰ ਦੇਣ ਲਈ ਤਿਆਰ ਹੋ ਜੂਗੀ। ਇੱਕ ਵਾਰ ਸਾਡੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਦੇ ਦਿਮਾਗ 'ਚ ਕਿਤੇ ਨਾ ਕਿਤੇ ਲਾਲਚ ਆ ਜਾਊਗਾ ਵੀ ਸਰਕਾਰੀ ਮੰਡੀ 'ਚ ਮੈਂ ਕੀ ਫਸਲ ਵੇਚਣੀ ਹੈ, ਵੀ ਕਿੱਥੇ ਮੈਨੂੰ 4200 ਰੁਪਇਆ ਮਿਲ ਰਿਹਾ, ਇੱਧਰ ਮੈਨੂੰ 10000 ਰੁਪਇਆ ਮਿਲ ਰਿਹਾ ਹੈਗਾ। ਉਹ ਜਿਵੇਂ ਮੱਛੀ ਹੁੰਦੀ ਹੈਗੀ ਵੀ ਫਸ ਜਾਂਦੀ ਆ ਆਟੇ 'ਚ ਹਨਾ, ਕੁੰਡੀ ਦੇ ਵਿੱਚ। ਇਹ ਕਿਤੇ ਨਾ ਕਿਤੇ ਕੁੰਡੀਆਂ ਨੇਗੀਆਂ ਜਿਹੜੀਆਂ ਸਾਨੂੰ ਫਸਾਉਣ ਦੀ ਕੋਸ਼ਿਸ਼ 'ਚ ਲੱਗੀਆਂ ਹੋਈਆਂ ਨੇਗੀਆਂ। ਇਹ ਇੱਕ ਪ੍ਰਾਈਵੇਟ ਅਦਾਰਿਆਂ ਨੂੰ ਉਤਸ਼ਾਹਿਤ ਕਰਨ ਲਈ ਲੋਕ ਜਿਹੜਾ ਆਪਣਾ ਮੰਡੀ ਕਰਨਾ ਉਹਨੂੰ ਖਤਮ ਕਰਕੇ ਪ੍ਰਾਈਵੇਟ ਹੱਥਾਂ 'ਚ ਦੇਣ ਦੀ ਤਰਜੀਹ ਬਣਾਈ ਗਈ ਹੈ ਸਾਰੀ। ਬਿਲਕੁਲ ਤਰੀਕਾ ਇਹੀ ਹੈ ਨਾ ਵੀ ਪ੍ਰਾਈਵੇਟ ਨੂੰ ਬਰਾਬਰ ਖੜੀ ਕਰ ਲਓ, ਉਹਦੇ ਪੈਰਲਲ ਖੜੀ ਕਰ ਲਓ। ਜਦੋਂ 2-4 ਸਾਲ ਲੰਘਣਗੇ, 3 ਸਾਲ 4 ਸਾਲ 5 ਸਾਲ ਲੰਘਣਗੇ ਤਾਂ ਕਿਸਾਨਾਂ ਨੇ ਲਾਲਚ ਵਸ ਦੇ ਵਿੱਚ ਆਪਣੀਆਂ ਫਸਲਾਂ ਉਹ ਪ੍ਰਾਈਵੇਟ ਕੰਪਨੀ ਨੂੰ ਵੇਚਣੀਆਂ ਨੇ। ਤੇ ਜਦੋਂ 4-5 ਸਾਲ ਲਗਾਤਾਰ ਕਿਸਾਨ ਪ੍ਰਾਈਵੇਟ ਕੰਪਨੀਆਂ ਨੂੰ ਫਸਲਾਂ ਵੇਚਦੇ ਰਹੇ, ਫਿਰ ਸਰਕਾਰ ਨੇ ਮਤਾ ਪਾਉਣਾਗਾ ਵੀ ਇਹਨਾਂ ਮੰਡੀਆਂ ਤੋਂ ਕੀ ਕਰਾਉਣਾ, ਇਹ ਤਾਂ ਖਾਲੀ ਹੋ ਪਈਆਂ ਨੇ, ਇੱਥੇ ਫਸਲ ਨਹੀਂ ਆਉਂਦੀ, ਇਹਨਾਂ ਦਾ ਨੁਕਸਾਨ, ਇਹਨਾਂ ਨੂੰ ਵੇਚੋ। ਫਿਰ ਉਹ ਮੰਡੀਆਂ ਵੇਚੀਆਂ ਜਾਣਗੀਆਂ। ਫਿਰ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਉਹ ਆਪਦਾ ਜਿਵੇਂ ਕਹਿੰਦੇ ਨੇ ਘੁਆੜਾ ਚਲਾਉਣਗੀਆਂ। ਫਿਰ ਉਹ 10000 ਦੀ ਥਾਂ ਤੇ 8000 ਦੀ ਥਾਂ ਤੇ ਮੰਨ ਲਓ 1800 800 700 ਰੁਪਏ ਤੇ ਕੀਮਤ ਜਿਹੜੀ ਥੱਲੇ ਸਿੱਟ ਜਾਂਦੀਆਂ। ਫਿਰ ਕਿਸਾਨ ਜਿਹੜਾ ਉਹ ਫਸ ਜੂ ਵਿਚਾਰੇ। ਸਰਕਾਰੀ ਮੰਡੀਆਂ ਖਤਮ ਹੋ ਜਾਣਗੀਆਂ ਤੇ ਪ੍ਰਾਈਵੇਟ ਆਪਦੀ ਮਨਮਰਜ਼ੀ ਕਰਨਗੇ। ਹੁਣ ਜੇਕਰ ਆਪਾਂ ਤੀਸਰੇ ਬਿੱਲ ਦੀ ਗੱਲ ਕਰੀਏ, ਤੀਸਰਾ ਬਿੱਲ ਇਹਨਾਂ ਨੇ ਬਣਾਇਆ ਕਿ ਕੰਟਰੈਕਟ ਫਾਰਮਿੰਗ, ਮਤਲਬ ਕਿ ਠੇਕੇ ਦੇ ਆਧਾਰ ਤੇ ਖੇਤੀ ਕਰਵਾਉਣੀ। ਉਹ ਇਹਦਾ ਮਤਲਬ ਇਹ ਹੋਇਆ ਕਿ ਕੋਈ ਕੰਪਨੀ ਆ ਗਈ, ਉਹਨੇ ਆਪਾਂ ਇੱਕ ਕਿਸਾਨ ਨੂੰ ਕਹਿਤਾ ਵੀ ਜਿੰਨੀ ਤੇਰੇ ਕੋਲ ਜ਼ਮੀਨ ਆ ਉਹ ਸਾਨੂੰ ਇੰਨੇ ਕਿੱਲੇ ਸਾਨੂੰ ਦੇ ਦੇ, ਉਹਦੇ ਇੰਨੀ ਫਸਲ ਬੀਜ ਲਾ ਦੇ। ਉਹਦੇ ਆਧਾਰ ਤੇ ਉਹ ਫਸਲ ਬੀਜੂਗਾ। ਫਿਰ ਉਹ ਗਾਹਾਂ ਅੱਗੇ ਕੰਪਨੀ ਆਪਣੀ ਮਰਜ਼ੀ ਨਾਲ ਉਹਨਾਂ ਨੂੰ ਜਿਹੜੀ ਫਸਲ ਬੀਜਾਊਗੀ ਉਹ ਬੀਜਣੀ ਪਊਗੀ। ਫਿਰ ਉਹ ਦੁਆ ਲਓ ਜਦੋਂ ਫਸਲ ਪੱਕ ਕੇ ਤਿਆਰ ਹੋਣੀ ਹੈ ਉਹਦੇ ਤਹਿਤ ਉਹਦੀ ਕੁਆਲਿਟੀ ਫੇਰ ਦੇਖੀ ਜਾਊਗੀ। ਜੇਕਰ ਉਹ ਕੁਆਲਿਟੀ ਠੀਕ ਰਹੀ ਤਾਂ ਖਰੀਦੀ ਵੀ ਜਾ ਸਕਦੀ ਆ। ਇਹ ਨਹੀਂ ਪਤਾ ਕਿ ਕਿਸਾਨ 6 ਮਹੀਨੇ ਸਾਲ ਮਿਹਨਤ ਕਰੇ ਮੁੜ ਕੇ ਉਹਨੂੰ ਕੰਪਨੀ ਨਾ ਕਰ ਦੇਵੇ। ਤੇ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਜਿਹੜੀ ਕੰਪਨੀ ਠੇਕੇ ਤੇ ਜ਼ਮੀਨ ਲਊਗੀ ਉਹਦਾ ਠੇਕਾ ਕਿਸਾਨ ਨੂੰ ਕਿੰਨਾ ਮਿਲੂਗਾ? ਠੇਕਾ ਮਿਲੂਗਾ ਜਾਂ ਨਹੀਂ ਮਿਲੂ? ਠੇਕਾ ਕਿੰਨਾ ਮਿਲੂਗਾ? ਉਹਦਾ ਹਜੇ ਇਹਨਾਂ ਨੇ ਕੋਈ ਇਹ ਨਹੀਂ ਦੱਸਿਆ ਹੈਗਾ ਵੀ ਅਸੀਂ ਕਿੰਨੇ ਚ ਖਰੀਦ ਕਰਾਂਗੇ। ਉਹ ਹਜੇ ਇਹਨਾਂ ਨੇ ਇਹਦੇ ਪਾਲਿਸੀਆਂ ਬਣਾ ਰਹੇ ਨੇ ਨਾ ਵੀ ਉਹਦਾ ਅੱਗੇ ਜਾ ਕੇ ਜੋ ਸਮਝੌਤਾ ਹੋਣਾ ਵੀ ਕਿਹੜੀ ਕੰਪਨੀ ਆਊਗੀ ਤੇ ਕਿਵੇਂ ਜਾ ਕੇ ਉਹਦਾ ਕਿਸਾਨਾਂ ਨੂੰ ਉਹਦੀ ਠੇਕੇ ਦੇ ਆਧਾਰ ਤੇ ਖੇਤੀ ਕੀਤੀ ਜਾਣੀ। ਮੈਨੂੰ ਆਪਣਾ ਤਜਰਬਾ ਕਹਿ ਲਓ ਜਾਂ ਆਪਾਂ ਅਖਬਾਰ ਪੜ੍ਹਦੇ ਆਂਗੇ ਕਿਤੇ ਨਾ ਕਿਤੇ ਤਾਂ ਵੀ ਆਪਾਂ ਜੱਜਮੈਂਟ ਲਾ ਸਕਦੇ ਆਂਗੇ ਵੀ ਕਿਤੇ ਇਹ ਤਾਂ ਨਹੀਂ ਹੋਣਾ ਵੀ ਅੱਜ ਕਿਸਾਨ ਆ ਜਿਹੜਾ ਜ਼ਿਮੀਂਦਾਰ ਆ ਉਹ 50000 ਰੁਪਏ ਨੂੰ ਕਿੱਲਾ ਲੈ ਕੇ ਖੇਤੀ ਕਰਦਾ ਹੈਗਾ। ਇਹ ਪ੍ਰਾਈਵੇਟ ਕੰਪਨੀਆਂ ਕਿਸਾਨ ਨੂੰ ਕਹਿਣਗੀਆਂ ਵੀ ਸਾਤੋਂ 2 ਲੱਖ ਰੁਪਏ ਲੈ ਲਓ ਇੱਕ ਸਾਲ ਦਾ ਜਾਂ 3 ਲੱਖ ਰੁਪਏ ਲੈ ਲਓ ਇੱਕ ਸਾਲ ਦਾ, ਵੀ ਜ਼ਮੀਨ ਜਿਹੜੀ ਸਾਨੂੰ ਠੇਕੇ ਤੇ ਦੇ ਦਿਓ। ਇਸ ਤਰ੍ਹਾਂ ਹੀ ਹੋਊਗਾ। ਜੀ ਬਿਲਕੁਲ ਇਸ ਤਰ੍ਹਾਂ ਹੀ ਹੋਣਾ ਹੈ। ਇਹ ਜਿਹੜਾ ਇੱਕ ਮਾਡਲ ਬਣਾਇਆ ਹੈਗਾ ਇੱਕ ਪੱਛਮੀ ਮਾਡਲ ਲੋਕਾਂ ਦੇ ਥੋਪਿਆ ਜਾ ਰਿਹਾ ਧੱਕੇ ਨਾਲ, ਜਿਹੜਾ ਕਿ ਲੋਕਾਂ ਲਈ ਬਹੁਤ ਮਦਦ ਹੋ ਸਕਦਾ। ਇਹਦੇ ਬਾਰੇ ਆਪਾਂ ਜੇ ਥੋੜੀ ਡੀਪਲੀ ਗੱਲ ਕਰੀਏ ਤਾਂ ਇਹ ਹੋਊਗਾ ਜਿਵੇਂ ਅਸੀਂ ਅੱਜ ਪਿੰਡਾਂ ਦੇ ਵਿੱਚ ਆਮ ਦੇਖਦੇ ਆਂਗੇ ਜ਼ਿਮੀਂਦਾਰ ਵਰਗ ਹੈ ਜਿਹੜਾ ਇੱਕ ਦੂਜੇ ਦੇ ਜ਼ਮੀਨ ਠੇਕੇ ਤੇ ਲੈਂਦਾ ਗਾ। 50000 ਨੂੰ 60000 ਨੂੰ 55000 ਨੂੰ ਠੇਕੇ ਤੇ ਲੈ ਕੇ ਉਹ ਫਸਲ ਜਿਹੜੀ ਪੈਦਾ ਕਰਨਾ। ਕਿਸਾਨ ਵੀਰੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵੱਡੀਆਂ ਕੰਪਨੀਆਂ ਨੇਗੀਆਂ, ਅਸੀਂ ਵਾਰ-ਵਾਰ ਇਹ ਗੱਲ ਕਰ ਰਹੇ ਹਾਂ ਵੀ ਜਿਹੜੀਆਂ ਪ੍ਰਾਈਵੇਟ ਵੱਡੀਆਂ ਕੰਪਨੀਆਂ ਨੇਗੀਆਂ ਉਹ ਤੁਹਾਡੀ ਜ਼ਮੀਨ ਲੈਣਗੀਆਂ ਠੇਕੇ ਤੇ ਜੇ ਤੁਸੀਂ ਪਿੰਡ 'ਚ ਕਿਸੇ ਨੂੰ 50000 60000 ਨੂੰ ਠੇਕਾ ਦੇ ਦਿਓ ਇੱਕ ਸਾਲ ਦਾ ਤਾਂ ਤੁਹਾਨੂੰ 60000 ਦੇ ਬਦਲੇ ਉਹ 6 ਲੱਖ ਰੁਪਇਆ ਵੀ ਸਾਲ ਦਾ ਦੇ ਦੇਣਗੀਆਂ। ਕੋਈ ਮੁਸ਼ਕਲ ਕੰਮ ਨਹੀਂ ਉਹਨਾਂ ਦੇ ਲਈ ਕਿਉਂਕਿ ਉਹ ਬਹੁਤ ਵੱਡੀਆਂ ਕੰਪਨੀਆਂ ਨੇਗੀਆਂ ਤੇ ਅਸੀਂ ਉਹਨਾਂ ਦੇ 6 ਲੱਖ ਦੇ ਜਾਲ ਦੇ ਵਿੱਚ ਫਸਾਂਗੇ। ਜੀ ਬਾਕੀ ਉੱਥੇ ਇਹ ਵੀ ਹੈ ਨਾ ਜਦੋਂ ਆਪਾਂ ਕੰਟਰੈਕਟ ਹੋ ਗਿਆ ਇਹ ਨਹੀਂ ਪਤਾ ਇੱਕ ਵਾਰੀ ਫਸਲ ਬੀਜਾ ਕੇ ਮੁੜ ਕੇ ਇੱਥੇ ਆਉਣੇ ਨਾ ਖਰੀਦ ਨਾ ਕਰਨਾ ਕੋਈ ਜਾਂ ਕਿ ਉਹਦੇ ਕੋਲ ਦੇਖਣ ਲੱਗ ਜਾਂਦੇ ਵੀ ਕਿਸ ਤਰ੍ਹਾਂ ਦੀ ਪੈਦਾਵਾਰ ਹੋਈ ਹੈ, ਉਹਨਾਂ ਪਸੰਦ ਆਵੇ ਜਾਂ ਨਾ ਆਵੇ ਉਹ ਆਪਾਂ ਕੁਝ ਨਹੀਂ ਕਰ ਸਕਦੇ। ਉਹ ਸਿਰਫ ਉਹਨਾਂ ਦੀ ਮਰਜ਼ੀ ਚੱਲਣੀ ਆ। ਉਹ ਫਸਲ ਆਪਣਾ ਬੀਜਾ ਲੈਣਾ, ਖਰੀਦ ਕਰ ਲੈਣਾ,
ਕਿ ਨਾ ਖਰੀਦਣ, ਉਹ ਉਹਨਾਂ ਦੀ ਜ਼ਿੰਮੇਵਾਰੀ ਆ। ਉਹ ਉਹਨਾਂ ਨੂੰ ਆਪਾਂ ਉਹਦੇ ਕੀਮਤੋਂ ਬਣਾ ਤੋਂ ਕਰ ਸਕਦੇ। ਇਸ ਤਰ੍ਹਾਂ ਕਾਨੂੰਨ ਲਿਆਂਦੇ ਜਾਂਦੇ। ਬਿਲਕੁਲ ਬਿਲਕੁਲ ਬਿਲਕੁਲ। ਕਿਸਾਨ ਲਾਲਚ ਬੱਸ ਦੇ ਵਿੱਚ ਫਸ ਜਾਊਗਾ। ਮੰਨ ਲਓ 1 ਸਾਲ ਦਾ 5 ਲੱਖ ਰੁਪਇਆ ਠੇਕਾ ਕਿਸਾਨ ਨੂੰ ਵੱਡੀ ਕੰਪਨੀ ਨੇ ਦੇਤਾ, 1 ਸਾਲ ਵਧੀਆ ਲੰਘ ਜਾਊਗਾ, 2 ਸਾਲਾਂ ਬਾਅਦ ਕੰਪਨੀ ਨੇ ਫਿਰ 5 ਲੱਖ ਦੇ ਹਿਸਾਬ ਨਾਲ 10 ਲੱਖ ਰੁਪਇਆ ਕਿਸਾਨ ਨੂੰ ਦੇ ਦੇਣਾ। ਕਿਤੇ ਨਾ ਕਿਤੇ ਫਿਰ ਕਿਸਾਨ ਇਹ ਸੋਚਣ ਲੱਗ ਜੂ, ਕੰਪਨੀ ਵੀ ਕਹੂਗੀ ਹਰ ਸਾਲ ਤੁਸੀਂ ਸਾਡੇ ਨਾਲ ਕੰਟੈਕਟ ਕਰਦੇ ਹੋ, ਛੱਡੋ ਜੀ ਵੀ ਇਕੱਠੇ 20 ਸਾਲ ਦਾ ਸਾਡੇ ਨਾਲ ਐਗਰੀਮੈਂਟ ਕਰ ਲਓ ਕਿਸਾਨਾਂ ਦਾ, 20 ਸਾਲ ਦਾ। ਉਹ 20 ਸਾਲ ਦੇ ਹਿਸਾਬ ਨਾਲ ਕਿਸਾਨ ਨੂੰ ਮਨ ਚਾਹੀ ਕੀਮਤ ਵੀ ਦੇ ਦੇਣਗੇ ਜ਼ਮੀਨ ਦੀ, ਪਰ ਉਸ ਤੋਂ ਬਾਅਦ ਭਰਾਵੋ ਕੀ ਹੋਊਗਾ, ਤੁਸੀਂ ਉਹਨਾਂ ਤੋਂ ਜ਼ਮੀਨ ਆ ਜਿਹੜੀ ਛੁਡਾ ਨਹੀਂ ਸਕਦੇ ਆਪਦੀ। ਨਹੀਂ, ਇਸ ਤਰ੍ਹਾਂ ਇਹ ਵਿੱਚੋਂ ਬਿਲਕੁਲ ਤੁਹਾਡੀ ਗੱਲ ਜਾਇਜ਼ ਹੈ ਕਿ ਉਹਨੂੰ ਲੈ ਕੇ ਮੁੜ ਕੇ ਛਡਾਉਣਾ ਤਾਂ ਗੱਲ ਦੋ ਦੀ। ਕੋਈ ਆਮ ਬੰਦੇ ਇੱਥੇ ਲੋਕ ਜਿਹੜੇ ਨੇ ਪਹੁੰਚਾ ਕਿ ਉਹ ਨਹੀਂ ਬੰਦਾ ਕੋਈ ਛਡਾ ਸਕਦਾ, ਇਹ ਤਾਂ ਹੀ ਵੱਡੇ ਘਰਾਣੇ ਨੇ ਆਉਣਾਗਾ। ਜੀ ਜੀ ਜੀ। ਬਾਕੀ ਇੱਥੇ ਇਹ ਵੀ ਹੈ ਨਾ ਗੱਲ, ਜੇਕਰ ਕਿਸੇ ਨੇ ਮੰਨ ਲਓ 10 ਸਾਲਾਂ ਲਈ ਜ਼ਮੀਨ ਲੈ ਲਈ, ਮੁੜ ਕੇ ਉਹਦੇ 2-4 ਸਾਲ ਕੰਮ ਕਰਕੇ ਮੁੜ ਕੇ ਖਾਲੀ ਪਈ ਰਹੀ, ਫੇਰ ਵੀ ਅਮੀਰ ਹੋਊਗੀ, ਨਾ ਕਿਸੇ ਨੂੰ ਕੁਝ ਦੇਣਾ ਉਹਨੇ ਨਾ ਲੈਣਾ, ਫਿਰ ਵੀ ਉਹਦੇ ਵਿੱਚ ਲੋਕਾਂ ਦਾ ਹੀ ਨੁਕਸਾਨ ਹੋਣਾ। ਜੀ ਜੀ ਜੀ। ਇਹ ਆਇਆ ਹੈਗਾ ਪਹਿਲਾਂ ਦੇਖਣ ਦੇ ਵਿੱਚ, ਜਿਵੇਂ ਇੱਥੇ ਇੱਕ ਕੰਪਨੀ ਨੇ ਲਾਏ ਸੀ ਆਪਣੇ ਵੱਡੇ ਵੱਡੇ ਪੈਟਰੋਲ ਪੰਪ, ਉਹਨਾਂ ਨੇ ਇੱਕ ਵਾਰ ਚਾਲੂ ਕਰ ਲਏ, ਮੁੜ ਕੇ ਪਿੰਡ ਨੇ ਬੰਦ ਪਏ ਰਹੇ, ਕਹਿੰਦੇ ਸਾਨੂੰ ਘਾਟਾ ਪੈਂਦਾ ਗਾ। ਉਹ ਜੀ ਜੀ। 100 ਤਰ੍ਹਾਂ ਬਹਾਨੇ ਮਾਰਨੇ ਹੁੰਦੇ ਨੇ। ਮੁੜ ਕੇ ਉਹਨਾਂ ਦਾ ਕਿਸਾਨਾਂ ਦੀ ਜ਼ਮੀਨ ਜ਼ਬਤ ਵੀ ਲਈ, ਨਾਲੇ ਉਹਨਾਂ ਨੇ ਕੋਈ ਉਹਨਾਂ ਨੂੰ ਪੈਸੇ ਦਿੱਤੇ ਗਏ, ਉਹਨਾਂ ਦੀ ਮਤਲਬ ਕਿ ਸ਼ੋਸ਼ਣ ਨਹੀਂ ਹੋਇਆ ਕਿਸਾਨਾਂ ਦਾ। ਜੀ ਜੀ ਜੀ। ਕੁੱਲ ਮਿਲਾ ਕੇ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਤਿੰਨਾਂ ਬਿੱਲਾਂ ਦੇ ਨਾਲ ਜਿੱਥੇ ਕਿਸਾਨੀ ਖਤਮ ਹੋਊਗੀ, ਉੱਥੇ ਛੋਟਾ ਵਪਾਰ ਵੀ ਖਤਮ ਹੋਊਗਾ, ਉੱਥੇ ਛੋਟੇ ਵਪਾਰੀ ਵੀ ਖਤਮ ਹੋਣਗੇ, ਉੱਥੇ ਸਾਡੇ ਦੁਕਾਨਦਾਰ ਭਰਾ ਵੀ ਖਤਮ ਹੋਣਗੇ। ਹਰ ਤਰ੍ਹਾਂ ਦਾ ਜਿਹੜਾ ਵਰਗ ਹੈਗਾ ਉਹ ਇਹ ਬਿੱਲਾਂ ਨਾਲ ਪ੍ਰਭਾਵਿਤ ਹੋਊਗਾ। ਬਿਲਕੁਲ ਜੀ। ਕਿਸਾਨੀ ਦਾ ਆਪਣੀ ਪਹਿਲੀ ਬਹੁਤ ਘਾਟੇ ਵਿੱਚ ਜਾ ਰਹੀ ਹੈ, ਜਦ ਕਿ ਕੇਂਦਰ ਸਰਕਾਰ ਜਦੋਂ ਸੱਤਾ ਦੇ ਵਿੱਚ ਆਈ ਆ, ਉਹਨਾਂ ਨੇ ਇਹ ਨਾਰਾ ਦਿੱਤਾ ਸੀ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਜੀ ਜੀ ਕਿ ਅਸੀਂ ਸਵਾਮੀ ਨਾਥਨ ਫਾਰਮੂਲਾ ਲਾਗੂ ਕਰਾਂਗੇ ਤੇ ਕਿਸਾਨੀ ਨੂੰ ਅਸੀਂ ਬਹੁਤ ਲਾਭ ਦੇਵਾਂਗੇ। ਉਹ ਫਾਰਮੂਲਾ ਲਾਗੂ ਤਾਂ ਕੀ ਕਰਨਾ ਸੀ, ਨਵਾਂ ਹੋਰ ਹੀ ਕਾਨੂੰਨ ਥੋਪ ਕੇ ਧਰਤਾ, ਜਿਹੜਾ ਘਾਟੇ ਦਾ ਪੈਦਾ ਕਰੂਗਾ ਇੱਥੇ ਲੋਕਾਂ ਦੇ ਲਈ। ਜਦ ਜਿਹੜਾ ਫਾਇਦੇਮੰਦ ਸਵਾਮੀਨਾਥਨ ਰਿਪੋਰਟ ਸੀ, ਉਹਦੇ ਵਿੱਚ ਇਹ ਆ ਗਈ ਕਿ ਜਿੰਨਾ ਖਰਚਾ ਕਰਦਾ ਕਿਸਾਨ ਉਹਦਾ 1.5 ਗੁਣਾ ਉਹਨੂੰ ਮੁਨਾਫਾ ਦੇਣਾਗਾ। ਜਦ ਉਹਦੇ ਵਿੱਚ ਕੁੱਲ ਮਿਲਾ ਕੇ ਵੀ ਘਰੇਲੂ ਖਰਚਾ ਹਰੇਕ ਤਰ੍ਹਾਂ ਦਾ, ਕੋਈ ਵੀ ਫਸਲ ਪਾਲਣ ਦਾ ਆਉਂਦਾਗਾ, ਜੀ ਜੀ, ਕੋਈ ਵੀ ਟਰੈਕਟਰ ਤੋਂ ਲੈ ਕੇ ਹਰੇਕ ਤਰ੍ਹਾਂ ਟੋਟਲ ਖਰਚਾ ਜੁੜਿਆ ਹੁੰਦਾ ਉਹਦੇ ਵਿੱਚ, ਉਹਨੂੰ ਲਾਗੂ ਕਰਨ ਦਾ ਦੂਰ ਦੀ ਗੱਲ ਆ, ਨਵਾਂ ਹੋਰ ਹੀ ਕੁਝ ਕਰਕੇ ਰੱਖਦਾ। ਸੋ ਇਹ ਟਰੈਕਟਰ ਤੋਂ ਮੇਰੇ ਯਾਦ ਆ ਗਿਆ, ਇਸ ਬਿੱਲਾਂ ਨਾਲ ਜੁੜੀ ਇੱਕ ਗੱਲ ਹੋਰ ਕਰਨੀ ਬਣਦੀ ਸੀ ਆਪਣੀ। ਜਦੋਂ ਇਹ ਵੱਡੀਆਂ ਕੰਪਨੀਆਂ ਖੇਤੀ ਕਰਨਗੀਆਂ ਤਾਂ ਜਿਹੜੇ ਸਾਡੇ ਅੱਜ ਬਾਜ਼ਾਰ ਦੇ ਵਿੱਚ ਟਰੈਕਟਰਾਂ ਵਾਲੇ ਭਰਾ ਨੇ ਮੇਰੇ, ਜਿਹੜੇ ਟਰੈਕਟਰ ਦੀ ਰਿਪੇਅਰ ਕਰਦੇ ਨੇ, ਟਰੈਕਟਰਾਂ ਨੂੰ ਪੈਂਚਰ ਲਾਉਂਦੇ ਨੇਗੇ, ਉਹ ਵੀ ਕਿਤੇ ਨਾ ਕਿਤੇ ਇਸ ਬਿੱਲਾਂ ਨਾਲ ਖਤਮ ਹੋਣਗੇ। ਬਿਲਕੁਲ ਹੀ। ਜਦੋਂ ਵੱਡੀਆਂ ਕੰਪਨੀਆਂ ਇਕੱਠੀ 5000 ਕਿੱਲੇ ਦੇ ਵਿੱਚ ਖੇਤੀ ਕਰਨਗੀਆਂ ਤਾਂ ਉਹਨਾਂ ਦੇ ਅੰਦਰ ਹੀ ਵਰਕਸ਼ਾਪਾਂ ਹੋਣਗੀਆਂ, ਉਹਨਾਂ ਦੇ ਅੰਦਰ ਹੀ ਇੰਜੀਨੀਅਰ ਰੱਖੇ ਹੋਣਗੇ ਟਰੈਕਟਰ ਨੂੰ ਠੀਕ ਕਰਨ ਲਈ, ਟਰੈਕਟਰਾਂ ਨੂੰ ਪੈਂਚਰ ਲਗਾਉਣ ਦੇ ਲਈ। ਬਾਹਰੇ ਇੱਕ ਕੰਮ ਵੀ ਨਹੀਂ ਕਿਸੇ ਨੂੰ ਮਿਲਣਾ ਖੇਤੀ ਨਾਲ ਸੰਬੰਧਿਤ। ਬਿਲਕੁਲ ਜੀ। ਉਹਨਾਂ ਨੇ ਉਹ ਸਾਰਾ ਕੰਮ ਜਿਹੜਾ ਆਪਣਾ ਹੱਥੀਂ ਕੰਮ ਕਰਦੇ ਆ, ਉਹ ਸਾਰਾ ਮਸ਼ੀਨੀਕਰਨ ਤਬਦੀਲ ਹੋ ਜਾਣਾ। ਉਹ ਆਮ ਜਿਹੜਾ ਆਪਣਾ ਦਿਹਾੜੀਦਾਰ ਮਜ਼ਦੂਰ ਵਰਗ ਆ, ਉਹ ਵੀ ਖਤਮ ਹੋ ਜਾਣੇ, ਨਾਲ ਉਹਨਾਂ ਦਾ ਰੁਜ਼ਗਾਰ ਖਤਮ ਹੋ ਜਾਊਗਾ। ਜੀ ਜੀ ਜੀ। ਰੁਜ਼ਗਾਰ ਤੋਂ ਮੇਰੇ ਗੱਲ ਯਾਦ ਆ ਗਈ ਇੱਕ, ਜਿਵੇਂ ਅੱਜ ਅਸੀਂ ਪ੍ਰਾਈਵੇਟ ਵੱਡੀਆਂ ਕੰਪਨੀਆਂ ਦੇ ਵਿੱਚ ਦੇਖਦੇ ਹਾਂ, ਉੱਥੇ ਏਜ ਰੱਖੀ ਹੁੰਦੀ ਆ, ਉਮਰ ਰੱਖੀ ਹੁੰਦੀ ਆ ਵੀ 23 ਸਾਲ ਤੋਂ ਘੱਟ ਅਸੀਂ ਵਰਕਰ ਨਹੀਂ ਭਰਤੀ ਕਰਨਾ। ਤੇ ਜਦੋਂ ਬੰਦਾ ਉਮਰ ਦੇ ਪੜਾਅ 'ਚ ਅਖੀਰਲੇ ਹੁੰਦਾ, ਜਾਂ 58 ਸਾਲ ਕਹਿ ਲਓ, 50 ਸਾਲ ਕਹਿ ਲਓ, ਤਾਂ ਇਹ ਪ੍ਰਾਈਵੇਟ ਕੰਪਨੀਆਂ ਤਾਂ 45-46 ਸਾਲ ਤੱਕ ਬੰਦੇ ਨੂੰ ਘਰੇ ਭੇਜ ਦਿੰਦੀਆਂ ਹੁੰਦੀਆਂ ਨੇ ਵੀ ਬੁੱਢਾ ਹੋ ਗਿਆ, ਹੁਣ ਇਹ ਕੰਮ ਦੇ ਲਾਇਕ ਨਹੀਂ, ਉਹਨੂੰ ਘਰੇ ਭੇਜ ਦਿੰਦੀਆਂ ਨੇ। ਕਿਤੇ ਨਾ ਕਿਤੇ ਖੇਤੀ ਦੇ ਵਿੱਚ ਵੀ ਇਹ ਹੋ ਜਾਊਗਾ, ਮੈਨੂੰ ਲੱਗਦਾ ਹੈਗਾ ਵੀ ਜਦੋਂ ਵੱਡੀ ਖੇਤੀ ਹੋਊਗੀ 5000 ਕਿੱਲੇ ਦੀ, 10000 ਕਿੱਲੇ ਦੀ, ਉਹਨਾਂ ਨੇ ਸਾਡੇ ਬਜ਼ੁਰਗਾਂ ਨੂੰ, ਜਿਹੜੇ ਸਾਡੇ ਬਜ਼ੁਰਗ ਅੱਜ ਮੇਰੀਆਂ ਮਾਵਾਂ ਭੈਣਾਂ ਬਜ਼ੁਰਗ 60-70 ਸਾਲਾਂ ਦੇ ਖੇਤਾਂ 'ਚ ਕੰਮ ਕਰਦੇ ਨੇਗੇ, ਉਹਨਾਂ ਨੂੰ ਖੇਤਾਂ ਦੇ ਨੇੜੇ ਵੀ ਨਹੀਂ ਆਉਂਦੇ। ਬਿਲਕੁਲ ਜੀ। ਉਹਨਾਂ ਨੇ ਤਾਂ ਆਪਣੇ ਹਿਸਾਬ ਨਾਲ ਖੇਤੀ ਕਰਾਉਣੀ ਆ, ਜਦ ਕਿ ਅਜਿਹਾ ਕਾਨੂੰਨ ਪਾਸ ਹੋ ਜਾਣੇ ਇਹਨਾਂ ਵਿੱਚ ਕਿ ਜਿਹੜੇ ਆਪਾਂ ਇੱਕ ਕਿਸਾਨ ਦਾ, ਉਹ ਆਪਣੀ ਨਾ ਜਿਹੜੀ ਉਹਦੀ ਜ਼ਮੀਨ ਆ ਉੱਤੇ ਵੀ ਦਿਹਾੜੀ ਕਰਨ ਨਹੀਂ ਜਾਇਆ ਕਰੋ, ਉਹ ਵੀ ਉਹਨੇ ਮਨਮਰਜ਼ੀ ਮੁਤਾਬਕ ਜੀ ਆਪਣੀ ਮਤਲਬ ਕਿ ਉਹਦੀ ਮਾਲਕੀ ਤੇ ਵੀ ਖਤਮ ਹੋ ਜਾਣੀ ਹੈਗੀ। ਉਹ ਆਪਣੀ ਜਿਹੜੀ ਜ਼ਮੀਨ ਆ ਉਹਦੇ ਉਹਨੂੰ ਦਿਹਾੜੀ ਕਰਨੀ ਪਿਆ ਕਰੂਗੀ। ਜੀ। ਦਿਹਾੜੀ ਕਰਨੀ ਕੋਈ, ਦਿਹਾੜੀ ਦੀ ਵੀ ਇੱਕ ਉਮਰ ਹੋਊਗੀ ਵੀ 23 ਸਾਲ ਤੋਂ ਲੈ ਕੇ 45 ਸਾਲ ਤੱਕ ਦਾ ਜਿਹੜਾ ਵਿਅਕਤੀ ਹੈਗਾ, ਉਹ ਖੇਤ ਦੇ ਵਿੱਚ ਗੰਢੇ ਚੁੱਕ ਸਕਦਾ, ਉਹ ਖੇਤ 'ਚ ਆਲੂ ਚੁੱਕ ਸਕਦਾ, ਉਹ ਖੇਤ ਦੇ ਵਿੱਚ ਕੋਈ ਵੀ ਕੰਮ ਕਰ ਸਕਦਾ।
ਤੇ ਉਹਦਾ ਕੋਈ ਆਈਡੀ ਪ੍ਰੂਫ ਦੇਖ ਕੇ ਵੀ ਇਹਦੀ ਉਮਰ ਜਿਹੜੀ 23 ਤੋਂ 45 ਸਾਲ ਆ ਉਸ ਨੂੰ ਹੀ ਖੇਡ ਦੇ ਵਿੱਚ ਵੜਨ ਦਿੱਤਾ ਜਾਊਗਾ, ਬਾਕੀ ਸਾਰੇ ਜਿਹੜੇ ਉਹ ਵਿਹਲੇ ਹੋ ਜਾਣਗੇ। ਜੀ ਬਿਲਕੁਲ, ਜਿਹੜੇ ਆਪਣੇ ਕਿਸਾਨ ਆਪਣੀ ਆਰਥਿਕ ਮੰਦਹਾਲੀ ਦੇ ਵਿੱਚ ਜਿਉ ਰਹੇ ਨੇ ਉਹਨਾਂ ਨੂੰ ਹੋਰ ਵੱਡਾ ਝਟਕਾ ਲੱਗੂਗਾ, ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਖਾਸ ਕਰ ਪੰਜਾਬ ਦੇ ਮਾਲਵਾ ਖਿੱਤੇ ਦੇ ਵਿੱਚ ਕਿਸਾਨੀ ਖੁਦਕੁਸ਼ੀਆਂ ਦੀ ਬਹੁਤ ਗਿਣਤੀ ਹੈਗੀ। ਜੇਕਰ ਇੱਕ ਫਿਕਰ ਦੇ ਮੁਤਾਬਕ ਆਪਾਂ ਗੱਲ ਕਰੀਏ ਤਾਂ ਪਿਛਲੇ ਪੌਣੇ 3 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ 1007 ਕਿਸਾਨਾਂ ਨੇ ਰੇਲ ਗੱਡੀ ਦੇ ਅੱਗੇ ਆ ਕੇ ਖੁਦਕੁਸ਼ੀਆਂ ਕੀਤੀਆਂ ਨੇ। ਅਗਸਤ ਤੱਕ ਦਾ ਅੰਕ ਹੈਗਾ ਪੰਜਾਬੀ ਜੀ। ਜੇਕਰ ਦੇਖਿਆ ਜਾਵੇ ਤਾਂ ਇਹ 75% ਖੁਦਕੁਸ਼ੀਆਂ ਕਰੀਆਂ ਬਠਿੰਡੇ ਖੇਤੇ ਦੀਆਂ ਨੇ, ਜਿੱਥੇ ਕਿ ਜਿਹੜਾ ਮਾਲਵਾ ਬੈਲਟ ਦੀ ਇੱਕ ਖਾਸ ਇਲਾਕਾ ਮੰਨਿਆ ਜਾਂਦਾ ਹੈ। ਜੀ ਜੀ ਜੀ, ਇਹ ਬਿਨਾਂ ਨਾ ਤਾਂ ਉਹਨਾਂ ਨੂੰ ਹੋਰ ਡੂੰਘੀ ਨੁਕਸਾਨ ਹੋਣਾ ਹੈ। ਬਾਕੀ ਦੂਜੀ ਗੱਲ ਜਿਹੜਾ ਆਪਣਾ ਇਹ ਮਾਨਸਾ ਹੋ ਗਿਆ ਬਠਿੰਡਾ ਏਰੀਆ ਮਾਲਵਾ ਬੈਲਟ ਦੇ ਵਿੱਚ ਬੀਟੀ ਕੱਟਣਾ ਜਿਵੇਂ ਨਰਮਾ ਉਗਾਇਆ ਜਾਂਦਾ ਇੱਧਰ ਜ਼ਿਆਦਾ ਵਧਿਆ ਜਾਂਦਾ ਸੀਗਾ, ਉਹਦਾ ਹੁਣ ਰੇਟ ਪੂਰਾ ਨਹੀਂ ਮਿਲਦਾ। ਇੱਧਰ ਕਿਸਾਨ ਬਹੁਤ ਜ਼ਿਆਦਾ ਮੰਦਹਾਲੀ ਦੇ ਵਿੱਚ ਜਿਉ ਰਹੇ ਨੇ, ਤਾਂ ਕਰਕੇ ਫਿਰ ਖੁਦਕੁਸ਼ੀਆਂ ਦਾ ਰੁਝਾਨ ਜ਼ਿਆਦਾ ਪੈਦਾ ਹੁੰਦੇ ਨੇ। ਜੀ ਜੀ, ਇਹਦਾ ਇੱਕ ਜੇਕਰ ਆਪਾਂ ਪੂਰੇ ਦੇਸ਼ ਦੀ ਗੱਲ ਕੀਤੀ ਜਾਵੇ ਤਾਂ 15 ਸਾਲਾਂ ਦੇ ਵਿੱਚ 3 ਲੱਖ ਕਿਸਾਨ ਪੂਰੇ ਆਪਣੇ ਭਾਰਤ ਦੇ ਵਿੱਚ ਖੁਦਕੁਸ਼ੀਆਂ ਕਰ ਚੁੱਕੇ ਨੇ। ਜੀ ਜੀ ਜੀ, ਜਦੋਂ ਇਸ ਤਰ੍ਹਾਂ ਦੇ ਆਰਡੀਨੈਂਸ ਲਿਆਂਦੇ ਜਾਣਗੇ ਤਾਂ ਇਹ ਖੁਦਕੁਸ਼ੀਆਂ ਦੌਰ ਰੋਕਣ ਦੀ ਬਜਾਏ ਹੋਰ ਤੇਜ਼ ਹੋ ਜਾਣਾ। ਮੈਨੂੰ ਇਹ ਲੱਗਦਾ ਵੀ ਅਸੀਂ ਆਪਣੀਆਂ ਜ਼ਮੀਨਾਂ ਦੇ ਮਾਲਕ ਨਹੀਂ ਰਹਿਣੇ, ਅਸੀਂ ਆਪਣੇ ਖੇਤਾਂ ਦੇ ਵਿੱਚ ਨੌਕਰ ਬਣ ਕੇ ਰਹਿ ਜਾਵਾਂਗੇ ਤੇ ਮਾਲਕੀ ਜ਼ਮੀਨਾਂ ਦੀ ਕੋਈ ਹੋਰ ਲੈ ਜਾਊਗਾ। ਤੇ ਆਉਣ ਵਾਲੇ ਸਮੇਂ 'ਚ ਜਦੋਂ ਸਾਡੇ ਬੱਚੇ ਪੁੱਛਣਗੇ ਸਾਨੂੰ, ਅਸੀਂ ਦੱਸਾਂਗੇ ਉਹਨਾਂ ਨੂੰ ਵੀ ਪੁੱਤ ਅਸੀਂ ਕਦੇ ਇਹਨਾਂ ਜ਼ਮੀਨਾਂ ਦੇ ਮਾਲਕ ਹੁੰਦੇ ਸੀਗੇ, ਪਰ ਅੱਜ ਇਹ ਜ਼ਮੀਨਾਂ ਤੇ ਵੱਡੀਆਂ ਕੰਪਨੀਆਂ ਦਾ ਕਬਜ਼ਾ ਹੈਗਾ। ਬੱਚੇ ਸਾਨੂੰ ਪੁੱਛਣਗੇ ਵੀ ਤੁਸੀਂ ਉਦੋਂ ਲੜੇ ਕਿਉਂ ਨਹੀਂ, ਸੰਘਰਸ਼ ਕਿਉਂ ਨਹੀਂ ਕੀਤਾ, ਜੰਗ ਦੇ ਮੈਦਾਨ ਦੇ ਵਿੱਚ ਆਪਣੀ ਜ਼ਮੀਨ ਦੀ ਮਾਲਕੀ ਲਈ ਕਿਉਂ ਨਹੀਂ ਕੁੱਦੇ, ਕਿਉਂ ਨਹੀਂ ਸੰਘਰਸ਼ ਕੀਤਾ। ਤਾਂ ਅਸੀਂ ਉਸ ਟਾਈਮ ਬਹੁਤ ਢਿੱਲੇ ਮੂੰਹ ਨਾਲ ਬਹੁਤ ਅਫਸੋਸਜਨਕ ਸਥਿਤੀ ਦੇ ਵਿੱਚ ਕਵਾਂਗੇ ਕਿ ਪੁੱਤ ਉਦੋਂ ਅਸੀਂ ਸਿੰਗਰਾਂ ਦੇ ਪਿੱਛੇ ਲੜਦੇ ਰਹਿ ਗਏ, ਉਦੋਂ ਅਸੀਂ ਗਾਣਿਆਂ ਦੇ ਪਿੱਛੇ ਧੜੇ ਬਣਾ ਕੇ ਲੜਦੇ ਰਹਿ ਗਏ ਸੀਗੇ, ਸਾਨੂੰ ਪਤਾ ਵੀ ਨਹੀਂ ਲੱਗਿਆ ਕਦੋਂ ਸਾਡੇ ਹੱਥੋਂ ਸਾਡੀਆਂ ਜ਼ਮੀਨਾਂ ਜਿਹੜੀਆਂ ਖੁੱਸ ਗਈਆਂ। ਸੋ ਅਸੀਂ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਕਿ ਆਓ ਇਸ ਸੰਘਰਸ਼ ਨੂੰ ਤੇਜ਼ ਕਰੀਏ, ਜੰਗ ਦੇ ਮੈਦਾਨ ਦੇ ਵਿੱਚ ਕੁੱਦੀਏ ਤੇ ਇਹਨਾਂ ਬਿੱਲਾਂ ਨੂੰ ਅਸੀਂ ਰੱਦ ਕਰਾਈਏ। ਸੋ ਇਹ ਸੀ ਸਾਡਾ ਇੱਕ ਛੋਟਾ ਜਿਹਾ ਪ੍ਰੋਗਰਾਮ, ਡੂੰਘੀਆਂ ਜਾਣਕਾਰੀਆਂ, ਉੱਚੇ ਵਿਚਾਰ। ਜੇ ਚੰਗੀ ਲੱਗੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨਾ, ਲਾਈਕ ਕਰਨਾ ਤੇ ਸਾਡੇ ਚੈਨਲ ਨੂੰ ਜਲਦੀ ਤੋਂ ਜਲਦੀ ਪਲੀਜ਼ ਸਬਸਕ੍ਰਾਈਬ ਕਰ ਲਓ, ਕਿਉਂਕਿ ਤੁਹਾਡੇ ਸਬਸਕ੍ਰਾਈਬ ਕਰਨ ਦੇ ਨਾਲ ਸਾਡਾ ਵੀ ਹੌਸਲਾ ਵਧਦਾ। ਅਸੀਂ ਹੋਰ ਅਜਿਹੀਆਂ ਵੀਡੀਓ ਬਣਾਵਾਂਗੇ ਜਿਹਦੇ ਵਿੱਚ ਡੂੰਘੀਆਂ ਜਾਣਕਾਰੀਆਂ, ਉੱਚੇ ਵਿਚਾਰ ਹੋਣ। ਸੋ ਮੇਰੇ ਨਾਲ ਸੀ ਸੁਖਰਾਜ ਚਹਿਲ, ਬਹੁਤ ਬਹੁਤ ਧੰਨਵਾਦ ਜੀ।